ਰਿਕਾਰਡਿੰਗ ਤੇ ਹੈ ਜੀ। ਜੈ ਭੀਮ ਸਾਰੇ ਸਾਥੀਆਂ ਨੂੰ। ਤੇ ਅੱਜ ਜਿਹੜੀ ਅਸੀਂ ਡਿਸਕਸ਼ਨ ਕਰਨੀ ਹੈਗੀ ਆ ਚੈਪਟਰ 4 ਡਿਸਕਸ਼ਨ ਕਰਨੀ, ਵੋਲਿਊਮ ਨੰਬਰ 9 ਹੈ ਜੀ। ਇਹਦੇ ਵਿੱਚ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਆ ਵੀ ਆਪਾਂ ਜਿਹੜਾ ਇਹ ਵੋਲਿਊਮ ਹੈਗਾ ਆ ਵੀ ਇਹਦਾ ਪਹਿਲਾ ਪਾਰਟ ਜਿਹੜਾ ਹੈਗਾ ਆ ਵੀ ਗਾਂਧੀ ਨੇ ਅਤੇ ਕਾਂਗਰਸ ਨੇ ਅਛੂਤਾਂ ਦੇ ਲਈ ਕੀ ਕੀਤਾ। ਸੋ ਬਾਬਾ ਸਾਹਿਬ ਇਹਦੇ ਵਿੱਚ ਐਕਸਪੋਜ਼ ਕਰਦੇ ਆ, ਜਿੱਦਾਂ ਪਹਿਲਾਂ ਵੀ ਆਪਾਂ ਦੇਖਿਆ ਫੰਡਿੰਗ ਨੂੰ ਲੈ ਕੇ ਜਿਹੜਾ ਡਾਕਟਰ ਸਾਹਿਬ ਦਾ 5ਵਾਂ ਚੈਪਟਰ ਆਉਣਾ ਅੱਜ ਆਪਾਂ ਡਿਸਕਸ ਕਰਨਾ ਹੈਗਾ ਆ, ਉਹ ਵੀ ਇਸ ਚੀਜ਼ ਨੂੰ ਲੈ ਕੇ ਵੀ ਫੰਡ ਕਿੰਨਾ ਐਲੋਕੇਟ ਹੋਇਆ, ਕਿੰਨੇ ਕੁ ਖਰਚ ਹੋਏ ਹੈਗੇ ਆ। ਸੋ ਇਸੇ ਚੀਜ਼ ਨੂੰ ਲੈ ਕੇ ਆ ਵੀ ਆਪਾਂ ਇਹ ਸੁਣਿਆ ਸੀਗਾ ਕਿ ਜਦੋਂ ਪੂਨਾ ਪੈਕਟ ਹੋਇਆ, ਪੂਨਾ ਪੈਕਟ ਤੋਂ ਬਾਅਦ ਹਿੰਦੂਆਂ ਦੇ ਦਿਮਾਗਾਂ ਦੇ ਉੱਤੇ ਪ੍ਰਭਾਵ ਪਿਆ ਇਸ ਚੀਜ਼ ਦਾ ਕਿ ਅਛੂਤ ਜਿਹੜੇ ਆ ਸਾਡੇ ਨਾਲੋਂ ਅੱਡ ਹੋਣ ਲੱਗੇ ਆ, ਵੀ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਸੋ ਇਹਨਾਂ ਨੇ ਉਸ ਵੇਲੇ ਕਹਿ ਦਿੱਤਾ, ਕੁਛ ਜਿਹੜੇ ਲੀਡਰ ਹਿੰਦੂ ਸੀਗੇ ਵੀ ਮੰਦਿਰ ਜਿਹੜੇ ਆ ਉਹ ਓਪਨ ਕਰ ਦੇਣੇ ਚਾਹੀਦੇ ਆ। ਸੋ ਉਹ ਕਿੱਦਾਂ ਹੋਇਆ, ਕਿੱਦਾਂ ਬਿੱਲ ਪਾਸ ਹੋਏ ਆ, ਗਾਂਧੀ ਨੇ ਕੀ ਇਨਵੋਲਵਮੈਂਟ ਸੀ, ਗਾਂਧੀ ਨੇ ਕਿੱਦਾਂ ਕੀਤੀ ਹੈਗੀ ਆ, ਕੀ ਸਪੋਰਟ ਕੀਤੀ ਆ ਅਛੂਤਾਂ ਦੇ ਮਰਨ ਵਰਤਨ ਨੂੰ ਦੂਏ ਨੂੰ ਲੈ ਕੇ, ਆਪਣੇ ਮੰਦਿਰ ਐਂਟਰੀ ਨੂੰ ਲੈ ਕੇ ਵੀ ਮੰਦਿਰਾਂ ਦੇ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਅਛੂਤਾਂ ਦਾ ਕਿ ਨਹੀਂ। ਤੇ ਬਾਬਾ ਸਾਹਿਬ ਦੇ ਡਿਪਰੈਸਡ ਕਲਾਸ ਜਿਹੜੇ ਦੱਬੇ ਹੋਏ ਲੋਕ ਆ ਉਹਨਾਂ ਨੂੰ ਲੈ ਕੇ ਬਾਬਾ ਸਾਹਿਬ ਦੇ ਕੀ ਵਿਚਾਰ ਸੀ ਵੀ ਸਾਨੂੰ ਮੰਦਿਰਾਂ ਦੇ ਵਿੱਚ ਜ਼ਿਆਦਾ ਸਾਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਕਿਹੜੀਆਂ ਕੰਡੀਸ਼ਨਸ ਆ ਜਿਹੜੀਆਂ ਬਾਬਾ ਸਾਹਿਬ ਇੰਗਲੈਂਡ ਦੇ ਵਿੱਚ ਬੈਠੇ ਇੱਕ ਲੈਟਰ ਦੇ ਥਰੂ ਗਾਂਧੀ ਨੂੰ ਲਿਖ ਰਹੇ ਹੈਗੇ ਆ, ਤੇ ਗਾਂਧੀ ਨੇ ਕਿਸ ਤਰੀਕੇ ਦੇ ਨਾਲ ਬਾਬਾ ਸਾਹਿਬ ਨੂੰ ਇਹ ਕਿਹਾ ਵੀ ਤੁਸੀਂ ਆਪਣੇ ਜਿਹੜੇ ਮੰਦਿਰ ਮੰਦਿਰ ਐਂਟਰੈਂਸ ਦਾ ਜਿਹੜਾ ਅੰਦੋਲਨ ਆ, ਮੰਦਿਰ ਦੇ ਵਿੱਚ ਪ੍ਰਵੇਸ਼ ਕਰਨ ਦਾ ਅਛੂਤਾਂ ਦਾ ਜਿਹੜਾ ਅੰਦੋਲਨ ਆ, ਉਹਦਾ ਸਾਨੂੰ ਸਾਥ ਦਿਓ। ਤੇ ਬਾਬਾ ਸਾਹਿਬ ਦੀ ਕੀ ਰਿਐਕਸ਼ਨ ਸੀ, ਸੋ ਇਸ ਚੈਪਟਰ ਦੇ ਵਿੱਚ ਪੜ੍ਹਨਾ ਆ। ਚੈਪਟਰ ਨੰਬਰ 4 ਹੈਗਾ ਆ, ਚੈਪਟਰ ਨੰਬਰ 4 ਦਾ ਨਾਮ ਹੈਗਾ ਆ ਇਹ ਅਬਜੈਕਟ ਸਰੈਂਡਰ, ਭਾਵ ਕਿ ਗਾਂਧੀ ਜਿਹੜਾ ਆ ਜਾਂ ਕਾਂਗਰਸ ਦਾ ਜਿਹੜਾ ਆ ਇੱਕ ਬਹੁਤ ਥੱਲੜੇ ਲੈਵਲ ਦਾ, ਹੇਠਲੇ ਪੱਧਰ ਦਾ ਜਿਹੜਾ ਸਮਰਪਣ ਜਿਹਨੂੰ ਕਹਿੰਦੇ ਆ ਅਛੂਤਾਂ ਨੂੰ ਲੈ ਕੇ, ਇਹ ਚੈਪਟਰ ਦਾ ਨਾਮ ਰੱਖਿਆ ਹੈਗਾ ਆ। ਤੇ ਪਹਿਲਾ ਪਾਰਟ ਜਿਹੜਾ ਹੈਗਾ ਆ ਇਹਦੇ ਵਿੱਚ ਬਾਬਾ ਸਾਹਿਬ ਲਿਖਦੇ ਹੈਗੇ ਆ ਕਿ ਉਹਦਾ ਨਾਮ ਦਿੱਤਾ ਬਾਬਾ ਸਾਹਿਬ ਨੇ ਕਾਂਗਰਸ ਬੀਟਸ ਐਨ ਇਨਗਲੋਰੀਅਸ ਰੀਟਰੀਟ, ਕਿ ਕਾਂਗਰਸ ਨੇ ਅਪਮਾਨਜਨਕ ਜਿਹੜੀਆਂ ਹਾਰਾਂ ਹੁੰਦੀਆਂ ਆ ਉਹਨੂੰ ਵੀ ਪਿੱਛੇ ਛੱਡ ਦਿੱਤਾ ਵੀ ਇੰਨੀ ਵੱਡੇ ਅਪਮਾਨਜਨਕ ਲੈਵਲ ਦੇ ਉੱਤੇ ਕਾਂਗਰਸ ਦੀ ਬੇਇੱਜ਼ਤੀ ਹੋਈ ਆ ਜਾਂ ਇੰਨੀ ਵੱਡੇ ਲੈਵਲ ਦੇ ਕਾਂਗਰਸ ਦੀ ਇਨਸਲਟ ਹੋਈ ਆ ਜਿੱਥੇ ਤੱਕ ਕਿ ਅਛੂਤਾਂ ਦੇ ਅਧਿਕਾਰਾਂ ਨੂੰ ਲੈ ਕੇ ਸਵਾਲ ਖੜੇ ਹੁੰਦੇ ਆ। ਪਾਰਟ ਪਹਿਲਾ ਬਾਬਾ ਸਾਹਿਬ ਇਹਦੇ ਵਿੱਚ ਸ਼ੁਰੂ ਕਰਦੇ ਆ, ਕਹਿੰਦੇ ਵੀ ਪੂਨਾ ਪੈਕਟ ਜਿਹੜਾ ਸੀਗਾ ਉਹ 24 ਸਤੰਬਰ 1932 ਨੂੰ ਸਾਈਨ ਹੋ ਚੁੱਕਾ ਸੀਗਾ। ਤੇ ਪੂਨਾ ਪੈਕਟ ਤੋਂ ਬਾਅਦ ਜਿਹੜੇ ਹਿੰਦੂ ਸੀ ਉਹਨਾਂ ਨੇ ਪੂਨਾ ਪੈਕਟ ਨੂੰ ਲੈ ਕੇ ਇੱਕ ਮੀਟਿੰਗ ਰੱਖੀ 25 ਸਤੰਬਰ 1932 ਨੂੰ। ਉਸ ਤੋਂ ਅਗਲੇ ਦਿਨ ਉਹਨਾਂ ਨੇ ਇਹ ਤੈਅ ਪਾਇਆ ਤੇ ਬ੍ਰਿਟਿਸ਼ ਗਵਰਨਮੈਂਟ ਦੇ ਮੂਹਰੇ ਮੰਗਾਂ ਰੱਖੀਆਂ ਕਿ ਗਾਂਧੀ ਜਿਹੜਾ ਆ ਉਹ ਮਰਨ ਵਰਤ ਤੋਂ ਜਿਹੜਾ ਆ ਉਹ ਹੁਣ ਉਹ ਜਿਹੜਾ ਮਰਨ ਵਰਤ ਸੀ ਜਿਹੜਾ ਗਾਂਧੀ ਨੇ ਰੱਖਿਆ ਸੀਗਾ ਕਿ ਉਹ ਹੁਣ ਟੁੱਟਣ ਦੇ ਕਗਾਰ ਦੇ ਉੱਤੇ ਆ, ਕਿਉਂਕਿ ਅਛੂਤਾਂ ਦੇ ਵਿੱਚ ਤੇ ਕਾਂਗਰਸ ਦੇ ਵਿੱਚ ਇੱਕ ਸਮਝੌਤਾ ਹੋ ਗਿਆ ਆ। ਤੇ ਉਹ ਜਿਹੜਾ ਸਮਝੌਤਾ ਜਿਹੜਾ ਹੈਗਾ ਜਿਹਨੂੰ ਆਪਾਂ ਪੂਨਾ ਪੈਕਟ ਕਹਿੰਦੇ ਆ 24 ਸਤੰਬਰ 1932 ਨੂੰ ਜਿਹੜਾ ਹੋ ਗਿਆ ਸੀਗਾ। ਤੇ ਅਸੀਂ ਚਾਹੁੰਦੇ ਹੈਗੇ ਆ ਕਿ ਜਿਹੜੀ ਬ੍ਰਿਟਿਸ਼ ਗਵਰਨਮੈਂਟ ਆ ਹੁਣ ਜਿਹੜੀਆਂ ਸੈਪਟ ਇਲੈਕਟੋਰੇਟ ਜਿਹੜੀਆਂ ਤੁਸੀਂ ਅਛੂਤਾਂ ਦਿੱਤੀਆਂ ਸੀ ਉਹ ਵਾਪਸ ਲੈ ਲੈਣ ਤੇ ਇਸ ਦੇ ਵਿੱਚ ਦੇਰੀ ਨਾ ਕੀਤੀ ਜਾਵੇ, ਕਿਉਂਕਿ ਗਾਂਧੀ ਨੇ ਆਪਣਾ ਵਰਤ ਵੀ ਤੋੜਨਾ ਹੈਗਾ ਆ। ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਦੇਰ ਹੋ ਜਾਵੇ, ਜਿਹੜੀ ਬ੍ਰਿਟਿਸ਼ ਗਵਰਨਮੈਂਟ ਆ ਉਹਦੇ ਮੂਹਰੇ ਮੰਗ ਰੱਖੀ ਜਾਂਦੀ ਆ ਕਿ ਇਹ ਜਿਹੜਾ ਤੁਸੀਂ ਆਪਣਾ ਫੈਸਲਾ ਆ, ਜਿਹੜਾ ਤੁਸੀਂ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਦਿੱਤੀਆਂ ਸੀਗੀਆਂ ਉਹਨਾਂ ਨੂੰ ਵਾਪਸ ਲੈ ਲਿਆ ਜਾਵੇ, ਕਿਉਂਕਿ ਹੁਣ ਸਾਡੀ ਰਜਾਮੰਦੀ ਹੋ ਗਈ ਆ। ਨਾਲ ਉਹਨਾਂ ਨੇ ਗੋਰਿਆਂ ਤੇ ਪ੍ਰਭਾਵ ਪਾਉਣ ਦੇ ਲਈ ਇੱਕ ਹੋਰ ਮਤਾ ਪਾਸ ਕੀਤਾ ਵੀ ਇਸ ਕਾਨਫਰੰਸ ਦੇ ਵਿੱਚ ਇਹ ਵੀ ਤੈਅ ਪਾਇਆ ਹੈਗਾ ਆ ਕਿ ਹਿੰਦੂਆਂ ਦੇ ਵਿੱਚ ਜਿਹੜੀ ਜਾਤ ਪਾਤ ਜਿਹੜੀ ਅਛੂਤਾਪਨ ਹੈਗਾ ਆ ਜਨਮ ਦੇ ਆਧਾਰ ਦੇ ਉੱਤੋਂ ਉਹਨੂੰ ਬੰਦ ਕੀਤਾ ਜਾਵੇ। ਜਿਹੜੇ ਅਛੂਤ ਲੋਕ ਆ ਇਹਨਾਂ ਦੀ ਭਲਾਈ ਦੇ ਲਈ, ਉਹਦੇ ਲਈ ਜਿਹੜੇ ਜਨਤਕ ਖੂਹ ਹੈਗੇ ਆ, ਜਨਤਕ ਸਕੂਲ ਹੈਗੇ ਆ ਜਾਂ ਰੋਡ ਹੈਗੇ ਆ, ਉਹ ਸਾਰੇ ਖੋਲੇ ਜਾਣ। ਤੇ ਜਦੋਂ ਸਾਡੀ ਸਰਕਾਰ ਬਣੂਗੀ, ਜਦੋਂ ਸਵਰਾਜ ਪਾਰਲੀਮੈਂਟ ਬਣੂਗੀ, ਉਦੋਂ ਅਸੀਂ ਇਹ ਇੱਕ ਐਕਟ ਬਣਾਵਾਂਗੇ। ਇਸ ਐਕਟ ਦੇ ਤਹਿਤ ਇਹ ਚੀਜ਼ਾਂ ਵੀ ਅਸੀਂ ਕਰਾਂਗੇ। ਸਾਡਾ ਪਹਿਲਾ ਇਹ ਕੰਮ ਹੀ ਹੋਣਾ ਜੀ ਸਰਕਾਰ ਬਣਨ ਤੋਂ ਬਾਅਦ। ਹੁਣ ਕੀ ਹੋਇਆ, ਕਹਿੰਦੇ ਵੀ ਇਸ ਰੈਜ਼ੋਲੂਸ਼ਨ ਦੇ ਵਿੱਚ ਇਹ ਪਾਸ ਕੀਤਾ ਗਿਆ ਸੀਗਾ ਕਿ ਮਤਲਬ ਕਿ ਜਿਹੜੇ ਮੰਦਿਰ ਆ ਉਹ ਅਛੂਤਾਂ ਦੇ ਲਈ ਖੋਲ ਦਿੱਤੇ ਜਾਣ, ਵੀ ਮੰਦਿਰ ਜਿਹੜੇ ਆ ਉਹ ਅਛੂਤਾਂ ਦੇ ਲਈ ਖੋਲ ਦਿੱਤੇ ਜਾਣ। ਫਿਰ ਬਾਬਾ ਸਾਹਿਬ ਕਹਿੰਦੇ ਹੈਗੇ ਆ ਵੀ ਜਿਹੜੀ ਗਾਂਧੀ ਦੀ ਯੰਗ ਇੰਡੀਆ ਸੀਗੀ ਤੇ ਗਾਂਧੀ ਜਿਹੜੀ ਹਰੀਜਨ ਅਖਬਾਰ ਸੀ ਉਹਦੇ ਵੀਕਲੀ ਪੇਪਰ ਦੇ ਵਿੱਚ ਇਹ ਆਮ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਸੀ ਵੀ ਅਛੂਤਾਂ ਦੇ ਲਈ ਹੁਣ ਗਾਂਧੀ ਕੀ ਕਰ ਰਿਹਾ ਹੈਗਾ ਆ। ਬਾਬਾ ਸਾਹਿਬ ਨੇ ਫਿਰ ਖਬਰਾਂ ਵੀ ਲਾਈਆਂ, ਸਾਰੀਆਂ ਨਹੀਂ ਪੜਾਂਗਾ, ਇੱਕ ਆਈਡੀਆ ਦਵਾਂਗਾ ਵੀ ਹਰੀਜਨ 18 ਫਰਵਰੀ 1933 ਨੂੰ ਇੱਕ ਖਬਰ ਲੱਗਦੀ ਆ
ਕਿਉਂਕਿ ਮਕਸਦ ਉਹਨਾਂ ਦਾ ਇਹ ਸੀਗਾ ਕਿ ਅਸੀਂ ਅਛੂਤਾਂ ਦੇ ਅਸੀਂ ਦੇਖਭਾਲ ਕਰਨ ਵਾਲੇ, ਅਸੀਂ ਕਾਂਗਰਸ ਹੀ ਆ, ਸਾਰੇ ਭਾਰਤੀ ਸਮਾਜ ਨੂੰ ਰੀਪ੍ਰਜੈਂਟ ਕਰਨ ਵਾਲੀ। ਵੀਕ ਟੂ ਵੀਕ ਦੇ ਵਿੱਚ ਉਹਨਾਂ ਨੇ ਛਾਪਿਆ ਕਿ ਹਰੀਜਨ 18 ਫਰਵਰੀ 1933 ਨੂੰ ਵੀ ਕਿਹੜੇ ਮੰਦਰ ਓਪਨ ਕੀਤੇ ਗਏ, ਕਿਹੜੇ ਕਿੱਥੇ ਖੂਹ ਓਪਨ ਕੀਤੇ ਗਏ ਹੈਗੇ ਆ, ਜਾਂ ਕਿਹੜੇ ਸਕੂਲ ਖੋਲ੍ਹੇ ਆ ਕਾਂਗਰਸ ਨੇ ਉਹਨਾਂ ਦੀ ਭਲਾਈ ਦੇ ਲਈ। ਬਈ ਪੂਨਾ ਪੈਕਟ ਤੋਂ ਬਾਅਦ ਦੱਸਣ ਦੀ ਕੋਸ਼ਿਸ਼ ਸੀ ਕਿ ਸਾਨੂੰ ਅਕਲ ਆ ਗਈ ਆ। ਫਿਰ ਉਹ ਦੱਸਦੇ ਹੈਗੇ ਆ ਕਿ ਜਿੱਦਾਂ ਮੰਦਿਰ ਕਿਹੜੇ ਓਪਨ ਹੋਏ ਆ, ਕਹਿੰਦੇ ਜੀ 1.5 ਲੱਖ ਦੀ ਕੀਮਤ ਦੇ ਨਾਲ ਇੱਕ ਬਿਲਡਿੰਗ ਤਿਆਰ ਕੀਤੀ ਗਈ ਆ ਨਾਰਥ ਕਲਕੱਤਾ ਦੇ ਵਿੱਚ। ਇਦਾਂ ਹੀ ਕਹਿੰਦੇ ਆ ਬਹਾਪੁਰ ਪਿੰਡ ਦੇ ਵਿੱਚ, ਗੰਜਮ ਮਦਰਾਸ ਡਿਸਟ੍ਰਿਕਟ ਦੇ ਵਿੱਚ ਇੱਕ ਮੰਦਿਰ ਹੋਰ ਖੋਲ੍ਹਿਆ ਗਿਆ ਆ। ਠਾਕੁਰ ਦਵਾਰ ਇੱਕ ਮੰਦਿਰ ਕਹਿੰਦੇ ਆ ਨੂਰਾਨੀਆਂ ਦੇ ਵਿੱਚ ਖੁੱਲਾ, ਜਿਹੜਾ ਜਲੰਧਰ ਪੰਜਾਬ ਦੇ ਵਿੱਚ। ਇੱਦਾਂ ਦੱਸ ਰਹੇ ਹੈਗੇ ਆ ਕਿ ਕਿੱਥੇ ਖੂਹ ਓਪਨ ਹੋਏ ਆ। ਫਿਰ ਇਦਾਂ ਹੀ ਅਗਲੇ ਵੀ ਖਬਰ ਛਪਦੀ ਆ ਹਰੀਜਨ ਦੇ ਵਿੱਚ ਜੁਲਾਈ 15 1933 ਨੂੰ ਵੀ ਕਿੱਥੇ ਐਜੂਕੇਸ਼ਨ ਇੰਸਟੀਟਿਊਸ਼ਨ ਖੁੱਲੇ ਆ। ਵੀ ਦੇਖੋ ਉਹਨੇ ਲਾਈ ਹੋਈ ਖਬਰ ਵੀ 3 ਰੀਡਿੰਗ ਰੂਮ ਖੋਲੇ ਆ ਹਰੀਜਨਾਂ ਦੇ ਵਾਸਤੇ। ਕਿੱਥੇ ਖੋਲੇ ਆ? ਨਾਰਥ ਅਰਕੋਟ ਡਿਸਟ੍ਰਿਕਟ ਦੇ ਵਿੱਚ ਖੋਲੇ ਆ ਜੀ। ਇਦਾਂ ਪ੍ਰਭਾਵ ਜਿਹੜਾ ਆ ਛੱਡਣਾ ਸ਼ੁਰੂ ਕੀਤਾ। ਫਿਰ ਕੀ ਹੋਇਆ? ਭਾਰਤ ਦੇ ਵਿੱਚ ਮਾਹੌਲ ਬਣਿਆ ਕਿ ਹੁਣ ਜਿਹੜਾ ਆ ਕਾਂਗਰਸ ਜਿਹੜੀ ਆ ਉਹ ਅਛੂਤਾਂ ਦੇ ਭਲਾਈ ਦੇ ਲਈ ਕੰਮ ਕਰੂਗੀ। ਹੈ ਐਕਚੁਅਲੀ ਇਹ ਪ੍ਰੋਪੇਗੈਂਡਾ ਹੀ ਸੀਗਾ। ਫਿਰ ਹੁਣ ਬਾਬਾ ਸਾਹਿਬ ਇਹ ਦੱਸਦੇ ਹੈਗੇ ਆ ਕਿ ਵੀ ਜਿਹੜਾ ਇਹ ਮੰਦਿਰ ਪ੍ਰਵੇਸ਼ ਦਾ ਸੱਤਿਆਗ੍ਰਹਿ ਆ, ਬਈ ਇਹ ਕਾਹਤੇ? ਇੱਕ ਤਾਂ ਬਾਬਾ ਸਾਹਿਬ ਨੇ ਮੰਦਿਰ ਪ੍ਰਵੇਸ਼ ਦਾ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ 1927-28 ਵਿੱਚ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਨਾ, ਮਹਾੜ ਸੱਤਿਆਗ੍ਰਹਿ ਵਗੈਰਾ ਨਾ। ਤੇ ਪਾਣੀ ਪੀਣ ਦਾ, ਉਸ ਤੋਂ ਬਾਅਦ ਮੰਦਿਰਾਂ ਦੇ ਵਿੱਚ ਜਾਣਾ, ਉਹ ਸਾਰਾ ਇਹ ਹੈ ਵੀ ਕਾਂਗਰਸ ਨੇ ਸ਼ੁਰੂ ਕਰ ਦਿੱਤਾ। ਕਾਂਗਰਸ ਕੀ ਕਹਿੰਦੀ ਬਾਬਾ ਸਾਹਿਬ ਕਹਿੰਦੇ ਵੀ ਕਾਂਗਰਸ ਨੇ ਸੱਤਿਆਗ੍ਰਹਿ ਕਾਹਤੇ ਸ਼ੁਰੂ ਕੀਤਾ, ਜਾਂ ਮਤਲਬ ਕਿ ਹਿੰਦੂਆਂ ਨੇ ਇਹ ਸੱਤਿਆਗ੍ਰਹਿ ਕਾਹਤੇ ਸ਼ੁਰੂ ਕੀਤਾ? ਕਹਿੰਦੇ ਜਦੋਂ ਇਹ ਮਤਾ ਪਿਆ ਨਾ ਬਈ ਜਿਹੜੇ ਮੰਦਿਰ ਹੈਗੇ ਆ ਉਹ ਅਛੂਤਾਂ ਦੇ ਲਈ ਓਪਨ ਕਰ ਦਿੱਤੇ ਜਾਣੇ ਚਾਹੀਦੇ ਆ। ਜਿਹੜੇ ਹੁਣ ਮੰਦਿਰਾਂ ਦੇ ਪੁਜਾਰੀ ਸੀਗੇ ਜਾਂ ਜਿਹੜੇ ਮੰਦਿਰਾਂ ਦੇ ਉੱਤੇ ਕੰਟਰੋਲ ਕਰਨ ਵਾਲੇ ਟਰਸਟੀ ਸੀਗੇ, ਉਹਨਾਂ ਨੇ ਇਹ ਤੈਅ ਪਾਇਆ ਵੀ ਅਸੀਂ ਇਦਾਂ ਅਛੂਤਾਂ ਨੂੰ ਅੰਦਰ ਨਹੀਂ ਆਉਣ ਦੇਣਾ, ਅਸੀਂ ਇਹਦਾ ਵਿਰੋਧ ਕਰਾਂਗੇ। ਤੇ ਉਹ ਪ੍ਰਪੇਅਰ ਨਹੀਂ ਸੀ, ਉਹ ਇਸ ਚੀਜ਼ ਨੂੰ ਪ੍ਰਪੇਅਰ ਨਹੀਂ ਸੀਗੇ। ਫਿਰ ਹਿੰਦੂ ਜਿਹੜੇ ਚਾਹੁੰਦੇ ਸੀਗੇ ਕਿ ਅਛੂਤਾਂ ਦੀ ਭਲਾਈ ਦੇ ਲਈ ਉਹਨਾਂ ਨੂੰ ਮੰਦਿਰਾਂ ਦੇ ਵਿੱਚ ਆਉਣਾ ਵਧੀਆ ਆ, ਉਹਨਾਂ ਦੇ ਆਉਣਾ ਚਾਹੀਦਾ ਆ, ਸਾਡੇ ਧਰਮ ਦੇ ਵਿੱਚ ਵਧੀਆ ਉਹਨੂੰ ਚੇਂਜ ਕਰਨਾ ਚਾਹੀਦਾ। ਸੋ ਉਹਨਾਂ ਨੇ ਐਜੀਟੇਸ਼ਨ ਸ਼ੁਰੂ ਕਰ ਦਿੱਤੀ, ਇੱਕ ਸੰਘਰਸ਼ ਸ਼ੁਰੂ ਕਰ ਦਿੱਤਾ ਵੀ ਅਸੀਂ ਅਛੂਤਾਂ ਨੂੰ ਚਾਹੁੰਦੇ ਆ ਵੀ ਉਹ ਮੰਦਿਰਾਂ ਵਿੱਚ ਆਉਣ। ਟਰਸਟੀ ਮੰਦਿਰਾਂ ਦੇ ਜਿਹੜੇ ਸੀਗੇ ਉਹ ਚਾਹੁੰਦੇ ਸੀਗੇ ਕਿ ਮਤਲਬ ਕਿ ਇਹ ਮੰਦਿਰਾਂ 'ਚ ਅਸੀਂ ਵੰਡ ਨਹੀਂ ਦੇਣੇ ਹੈਗੇ ਅਛੂਤ। ਸੋ ਇੱਕ ਮਾਹੌਲ ਭਾਰਤ ਦਾ ਜਿਹੜਾ ਆ ਇਦਾਂ ਦਾ ਖੜਾ ਹੋ ਗਿਆ ਕਿ ਇੱਕ ਸੱਤਿਆਗ੍ਰਹਿ ਕਰਨਾ ਪਿਆ ਕਾਂਗਰਸ ਵਾਲਿਆਂ ਨੂੰ ਜਾਂ ਹਿੰਦੂਆਂ ਨੂੰ। ਫਿਰ ਕੀ ਹੋਇਆ? ਕਹਿੰਦੇ ਵੀ ਇਦਾਂ ਹੀ ਇਸੇ ਸੱਤਿਆਗ੍ਰਹਿ ਦੇ ਵਿੱਚ ਇੱਕ ਮਿਸਟਰ ਕੇਲਾਪਨ ਸੀਗਾ। ਕੇਲਾਪਨ ਕੀ ਕਹਿੰਦਾ ਸੀਗਾ? ਕਹਿੰਦੇ ਉਹ ਹਿੰਦੂ ਸੀਗਾ, ਉਹ ਇਹ ਚਾਹੁੰਦਾ ਸੀਗਾ ਕਿ ਅਛੂਤ ਜਿਹੜੇ ਆ ਉਹ ਮੰਦਿਰਾਂ 'ਚ ਜਾਣ। ਤੇ ਇਦਾਂ ਹੀ ਕਹਿੰਦੇ ਵੀ ਉਹਨੇ ਇੱਕ ਐਜੀਟੇਸ਼ਨ ਕੀਤਾ, ਇੱਕ ਸੰਘਰਸ਼ ਕੀਤਾ। ਗੁਰੂ ਵਿਆਰ ਮੰਦਿਰ ਸੀਗਾ ਇੱਕ, ਉੱਥੇ ਉਹਨੇ ਸੰਘਰਸ਼ ਸ਼ੁਰੂ ਕੀਤਾ। ਤੇ ਉਹਨੇ ਕੀ ਕੀਤਾ? ਉਹਨੇ ਧਮਕੀ ਦਿੱਤੀ, ਜਿਹੜਾ ਟਰਸਟੀ ਸੀਗਾ ਮੰਦਿਰ ਦਾ, ਜਿਹੜਾ ਟਰਸਟੀ ਸੀ ਜਾਂ ਮੁਖੀਆ ਸੀਗਾ, ਉਹਨੂੰ ਕਿਹਾ ਵੀ ਇੱਥੇ ਅਛੂਤਾਂ ਦੀ ਜਿਹੜੀ ਆ ਮਤਲਬ ਕਿ ਐਂਟਰੈਂਸ ਹੋਣੀ ਚਾਹੀਦੀ ਆ, ਅਛੂਤਾਂ ਨੂੰ ਮੰਦਿਰ ਪ੍ਰਵੇਸ਼ ਹੋਣਾ ਚਾਹੀਦਾ ਆ, ਨਹੀਂ ਤਾਂ ਮੈਂ ਜੀ ਇੱਥੇ ਮਰਨ ਵਰਤੇ ਬੈਠਾਂਗਾ। ਸੋ ਉਸ ਤੋਂ ਬਾਅਦ ਉਹਨੇ ਇਹ ਧਮਕੀ ਦਿੱਤੀ ਉੱਥੇ। ਫਿਰ ਉਸ ਤੋਂ ਬਾਅਦ ਵੀ ਪੂਰੇ ਭਾਰਤ ਦੇ ਵਿੱਚ ਕਿਦਾਂ ਦਾ ਮਾਹੌਲ ਬਣ ਗਿਆ। ਕਹਿੰਦੇ ਵੀ ਜਿਹੜੇ ਹਿੰਦੂ ਵਿਧਾਇਕ ਸੀਗੇ, ਜਿਹੜੇ ਅਸੈਂਬਲੀਆਂ ਦੇ ਵਿੱਚ ਬੈਠੇ ਸੀਗੇ, ਉਹਨਾਂ ਨੇ ਧੜਾ-ਧੜ ਬਿੱਲ ਪਾਸ ਕਰਨੇ ਸ਼ੁਰੂ ਕਰ ਦਿੱਤੇ, ਅਛੂਤਾਂ ਦੇ ਲਈ ਮੰਦਿਰ ਓਪਨ ਕੀਤੇ ਜਾਣ, ਅਛੂਤਾਂ ਦੇ ਲਈ ਮੰਦਿਰ ਓਪਨ ਕੀਤੇ ਜਾਣ। ਇਦਾਂ ਹੀ ਇੱਕ ਬਿੱਲ ਪਾਸ ਹੋਇਆ, ਬਿੱਲ ਪਾਸ ਨਹੀਂ, ਇੱਕ ਬਿੱਲ ਲਿਆਂਦਾ ਗਿਆ ਅਸੈਂਬਲੀ ਦੇ ਵਿੱਚ ਵੀ ਰੈਫਰੈਂਡਮ ਕਰਾਏ ਜਾਣ। ਰੈਫਰੈਂਡਮ ਕਰਾਏ ਜਾਣ, ਕਿੱਥੇ ਕਰਾਏ ਜਾਣ? ਵੀ ਜਿਹੜੇ ਮਹੱਲੇ ਦੇ ਵਿੱਚ ਮੰਦਿਰ ਹੈਗੇ ਆ ਉੱਥੇ ਵੋਟਾਂ ਪਾਈਆਂ ਜਾਣ। ਵੀ ਜੇ ਮੈਜੋਰਿਟੀ ਦੇ ਵਿੱਚ ਇਹ ਕਿਹਾ ਜਾਇਆ, ਇਹ ਤੈਅ ਪਾਇਆ ਜਨਮਤ ਜਾਂ ਰੈਫਰੈਂਡਮ ਦੇ ਥਰੂ ਇਹ ਤੈਅ ਪਾਇਆ ਵੀ ਬਹੁਤ ਸਾਰੇ ਹਿੰਦੂ ਇਹ ਚਾਹੁੰਦੇ ਆ, ਮੈਜੋਰਿਟੀ 'ਚ ਹਿੰਦੂ ਇਹ ਚਾਹੁੰਦੇ ਵੀ ਅਛੂਤਾਂ ਨੂੰ ਮੰਦਿਰ ਵਿੱਚ ਪ੍ਰਵੇਸ਼ ਦੇਣਾ ਚਾਹੀਦਾ ਆ, ਸਿਰਫ ਪ੍ਰਵੇਸ਼ ਦੇ ਦੇਣਾ ਚਾਹੀਦਾ ਉਹਨਾਂ ਥਾਵਾਂ ਦੇ ਉੱਤੇ। ਇਦਾਂ ਦੇ ਬਿੱਲ, ਕਹਿੰਦੇ ਬਿੱਲਾਂ ਦੇ ਢੇਰ ਲੱਗ ਗਏ, ਕਹਿੰਦੇ ਉਹਦੇ ਵਿੱਚ ਬਿੱਲਾਂ ਦੇ ਢੇਰ ਲੱਗ ਗਏ। ਤੇ ਇੱਕ ਇਦਾਂ ਹੀ ਕਹਿੰਦੇ ਵੀ ਇੱਕ ਟੈਂਪਲ ਐਂਟਰੀ ਬਿੱਲ ਇੱਕ ਪਾਸ ਮਦਰਾਸ ਵਿਧਾਇਕ ਕੌਂਸਲ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਲਿਆਂਦਾ ਗਿਆ ਸੂਬਾ ਰੋਐਨ ਵੱਲੋਂ। ਤੇ ਇਦਾਂ ਹੀ ਕਹਿੰਦੇ ਵੀ ਸੈਂਟਰਲ ਅਸੈਂਬਲੀ ਦੇ ਵਿੱਚ ਵੀ 4 ਬਿੱਲ ਪਾਸ ਹੋਏ। ਇੱਕ ਸੀਗਾ ਰੰਗਾ ਅਈਅਰ ਵੱਲੋਂ ਪਾਸ ਕੀਤਾ ਗਿਆ, ਲਿਆਂਦਾ ਗਿਆ ਬਿੱਲ। ਦੂਸਰਾ ਜਿਹੜਾ ਸੀਗਾ ਉਹ ਹਰਾ ਬਿਲਾਸ ਸ਼ਾਰਦਾ ਵੱਲੋਂ ਲਿਆਂਦਾ ਗਿਆ। ਤੀਸਰਾ ਲਾਲ ਚੰਦ ਨਾਵਲ ਰਾਏ ਤੋਂ ਲਿਆਂਦਾ ਗਿਆ। ਚੌਥਾ ਬਿੱਲ ਇਦਾਂ ਦੇ MR ਜੈਕਾਰ ਨੇ ਵੀ ਲਿਆਂਦਾ। ਗਾਂਧੀ ਨੇ ਮੌਕਾ ਦੇਖਿਆ ਵੀ ਹੁਣ ਤਾਂ ਆਪਣੀ ਲੀਡਰਸ਼ਿਪ ਚਮਕਾਉਣ ਦਾ ਮੌਕਾ ਆ, ਗਾਂਧੀ ਵੀ ਐਜੀਟੇਸ਼ਨ ਜੁਆਇਨ ਕਰ ਗਿਆ। ਕਹਿੰਦੇ ਬੜੀ ਹੈਰਾਨੀ ਦੀ ਗੱਲ ਆ ਵੀ ਗਾਂਧੀ ਜਿਹੜਾ ਆ
ਉਹ ਵੀ ਇਸ ਹੱਕ ਦੇ ਵਿੱਚ ਉਤਰਿਆ ਵੀ ਅਛੂਤਾਂ ਨੂੰ ਮੰਦਿਰ ਪ੍ਰਵੇਸ਼ ਮਤਲਬ ਕਿ ਹੋਣਾ ਚਾਹੀਦਾ ਹੈ, ਅਛੂਤਾਂ ਨੂੰ ਅਧਿਕਾਰ ਹੋਣਾ ਚਾਹੀਦਾ ਮੰਦਿਰਾਂ ਦੇ ਵਿੱਚ ਜਾਣ ਦਾ। ਸੋ ਗਾਂਧੀ ਇਹਦੇ ਹੱਕ ਦੇ ਵਿੱਚ ਉਤਰਿਆ ਆ। ਕਹਿੰਦੇ ਜਦੋਂ ਆਪਾਂ 1932 ਤੋਂ ਪਹਿਲਾਂ ਦੇਖਦੇ ਆ, ਪੂਨਾ ਪੈਕਟ ਤੋਂ ਪਹਿਲਾਂ ਦੇਖਦੇ ਆ, ਗਾਂਧੀ ਇਸ ਚੀਜ਼ ਦਾ ਸਖਤ ਵਿਰੋਧੀ ਸੀਗਾ, ਬਹੁਤ ਜ਼ਿਆਦਾ ਗਾਂਧੀ ਇਸ ਚੀਜ਼ ਦਾ ਵਿਰੋਧੀ ਸੀਗਾ। ਤੇ ਬਾਬਾ ਸਾਹਿਬ ਥੱਲੇ ਉਹਦੀ ਇੱਕ ਗਾਂਧੀ ਦੀ ਆਪਣੀ ਲਿਖੀ ਹੋਈ ਲਾਈਨ ਲਾਉਂਦੇ ਆ, ਕਹਿੰਦੇ ਵੀ ਇਹ ਕਿੱਦਾਂ ਪੋਸੀਬਲ ਹੋ ਸਕਦਾ ਹੈ, ਗਾਂਧੀ ਬੋਲਦਾ 1932 ਤੋਂ ਪਹਿਲਾਂ ਗਾਂਧੀ ਦੇ ਬਿਆਨ ਇਹ ਸੀਗੇ ਕਿ ਇਹ ਕਿੱਦਾਂ ਪੋਸੀਬਲ ਹੋ ਸਕਦਾ, ਸੰਭਵ ਕਿੱਦਾਂ ਹੋ ਸਕਦਾ ਕਿ ਜਿਹੜੇ ਅੰਤਾਜੀਅਸ ਆ, ਜਿਹੜੇ ਅਨਟੱਚੇਬਲ ਹੈਗੇ ਆ, ਉਹਨਾਂ ਨੂੰ ਜਿਹੜੇ ਮੰਦਿਰਾਂ ਦੇ ਜਿੰਨੇ ਵੀ ਮੰਦਿਰ ਹੈਗੇ ਆ ਸਾਰਿਆਂ ਦੇ ਅਧਿਕਾਰ ਦੇ ਦਿੱਤੇ ਜਾਣ ਉੱਥੇ ਐਂਟਰ ਕਰਨ ਦੇ। ਕਹਿੰਦੇ ਕਿੱਦਾਂ ਪੋਸੀਬਲ ਹੋ ਸਕਦਾ ਹੈਗਾ ਆ। ਕਹਿੰਦੇ ਜਦ ਤੱਕ ਇਹ ਵਰਨ ਆਸ਼ਰਮ ਸਾਡਾ ਚੱਲਦਾ ਆ, ਜਦ ਤੱਕ ਸਾਡਾ ਸਿਸਟਮ ਚੱਲਦਾ ਵਰਨ ਆਸ਼ਰਮ ਦਾ, ਜਦ ਤੱਕ ਇਹ ਕਾਸਟ ਐਗਜ਼ਿਸਟ ਕਰਦੀ ਆ, ਕਹਿੰਦੇ ਵੀ ਇਹ ਪੋਸੀਬਲ ਨਹੀਂ ਹੋ ਸਕਦਾ, ਇਹ ਸੰਭਵ ਨਹੀਂ ਹੋ ਸਕਦਾ ਕਿ ਸਾਰੇ ਹਿੰਦੂ ਜਿਹੜੇ ਆ ਮੰਦਿਰਾਂ ਦੇ ਵਿੱਚ ਜਾਣ। ਤੇ ਗਾਂਧੀ ਦਾ ਇਹ ਬਿਆਨ ਸੀਗਾ। ਤੇ ਕਹਿੰਦੇ ਵੀ ਹੁਣ ਜਦੋਂ ਉਹਨੇ ਜੁਆਇਨ ਕੀਤਾ ਆ ਮੰਦਿਰ ਮੂਵਮੈਂਟ ਜਿਹੜੀ ਆ ਗਾਂਧੀ ਨੇ ਜੁਆਇਨ ਕੀਤੀ ਆ, ਬਹੁਤ ਵੱਡਾ ਸਰਪ੍ਰਾਈਜ਼ ਆ ਸਾਡੇ ਲਈ, ਹੈਰਾਨੀਜਨਕ ਆ, ਹਨਾ। ਕਹਿੰਦੇ ਸਡਨ ਚੇਂਜ ਗਾਂਧੀ ਦੇ ਵਿੱਚ ਕਾਹਤੇ ਆਇਆ ਸਡਨ ਚੇਂਜ। ਕਹਿੰਦੇ ਵੀ ਇਹ ਸਮਝਣਾ ਤਾਂ ਬੜਾ ਔਖੀ ਗੱਲ ਆ। ਕਹਿੰਦੇ ਚਲੋ ਆਪਾਂ ਸਵਾਲ ਕੁਝ ਖੜੇ ਕਰਕੇ ਦੇਖਦੇ ਆ ਆਪਣੇ ਮਨਾਂ ਦੇ ਵਿੱਚ ਵੀ ਕਿ ਇਦਾਂ ਤਾਂ ਨਹੀਂ ਹੈਗਾ ਕਿ ਗਾਂਧੀ ਜਿਹੜਾ ਆ ਉਹਦੇ ਅੰਦਰ ਇੱਕ ਇਮਾਨਦਾਰੀ ਜਾਗ ਪਈ, ਉਹਨੇ ਦੇਖਿਆ ਕਿ ਵਾਕਈ ਅਛੂਤਾਂ ਦੇ ਉੱਤੇ ਬਹੁਤ ਅਤਿਆਚਾਰ ਹੋ ਰਹੇ ਆ, ਜਾਂ ਇਦਾਂ ਤਾਂ ਨਹੀਂ ਹੈਗਾ ਕਿ ਗਾਂਧੀ ਨੇ ਇਹ ਸੋਚਿਆ, ਇਹ ਫੀਲ ਕੀਤਾ ਕਿ ਜਿਹੜੇ ਸਾਨੂੰ ਹੁਣ ਪੋਲੀਟੀਕਲ ਸੈਪਰੇਸ਼ਨ ਹੋਈ ਆ, ਸਾਨੂੰ ਮਤਲਬ ਕਿ ਰਿਜ਼ਰਵੇਸ਼ਨ ਮਿਲੀ ਆ ਪੂਨਾ ਪੈਕਟ ਦੇ ਤਹਿਤ, ਬਈ ਇਹਨੇ ਹਿੰਦੂਆਂ ਦਾ ਬਹੁਤ ਨੁਕਸਾਨ ਕਰਨਾ, ਹਿੰਦੂ ਸੱਭਿਅਤਾ ਦਾ ਬਹੁਤ ਨੁਕਸਾਨ ਕਰਨਾ, ਵੀ ਟੈਂਪਲ ਐਂਟਰੀ ਇਹਨਾਂ ਨੂੰ ਦਿੰਨੇ ਆ ਤਾਂ ਕਿ ਮੰਦਿਰ ਪ੍ਰਵੇਸ਼ ਇਹਨਾਂ ਨੂੰ ਕਰਨ ਦਿੰਨੇ ਆ ਤਾਂ ਕਿ ਸਾਡਾ ਬੌਂਡ ਬਣੇ, ਸਾਡੀ ਇੱਕ ਸੰਗਠਿਤ ਬਣੇ, ਅਸੀਂ ਸੰਗਠਿਤ ਹੋਈਏ, ਸਾਡਾ ਧਰਮ ਸੰਗਠਿਤ ਹੋਵੇ। ਜਾਂ ਫਿਰ ਕਹਿੰਦੇ ਵੀ ਗਾਂਧੀ ਦੀ ਹੋਰ ਮਨਸ਼ਾ ਸੀ ਉਹਦੇ ਮਗਰ ਕਿਹੜੀ, ਬਾਬਾ ਕਹਿੰਦੇ ਜਾਂ ਫਿਰ ਉਹਦਾ ਇਹ ਤਾਂ ਨਹੀਂ ਵੀ ਮਤਲਬ ਕਿ ਆਪਾਂ ਜਿਹੜੇ ਇਹਨਾਂ ਨੂੰ ਪੋਲੀਟੀਕਲ ਅਧਿਕਾਰ ਇਹਨਾਂ ਦੇ ਵੱਖਰੇ ਹੋਣ ਕਰਕੇ ਇਹਨਾਂ ਨੂੰ ਮਿਲੇ ਆ, ਇਹਨਾਂ ਨੂੰ ਆਪਣੇ 'ਚ ਰਲਾਇਆ ਜਾਵੇ, ਇਹਨਾਂ ਨੂੰ ਮੰਦਿਰ ਪ੍ਰਵੇਸ਼ ਦਿੱਤਾ ਜਾਵੇ ਤਾਂ ਕਿ ਇਹਨਾਂ ਦੇ ਅਧਿਕਾਰ ਖਤਮ ਕੀਤੇ ਜਾਣ। ਜਾਂ ਫਿਰ ਜਿਹੜੀ ਉਸ ਵੇਲੇ ਦੀ ਸਿਆਸਤ ਜਿਹੜੀ ਇਸ ਮਾਹੌਲ ਨਾਲ ਭਖੀ ਕਿ ਵੀ ਉੱਥੇ ਦਾ ਜਿਹੜਾ ਵਾਤਾਵਰਣ ਇਦਾਂ ਦਾ ਬਣਿਆ ਵੀ ਗਾਂਧੀ ਨੂੰ ਮੌਕਾ ਮਿਲਿਆ ਵੀ ਲੈ ਵੀ ਹੁਣ ਤਾਂ ਮੈਂ ਹੀਰੋ ਬਣਿਆ ਹੀ, ਲੈ ਵੀ ਮੈਂ ਆਉਣਾ ਮੋਰੇ। ਜਾਂ ਤਾਂ ਇਹ ਬਾਬਾ ਸਾਹਿਬ ਕਹਿੰਦੇ ਜਿਹੜੇ ਪਿਛਲੇ ਦੋ ਕਾਰਨ ਆ ਇਹ ਸਹੀ ਆ, ਇਸ ਕਰਕੇ ਉਹ ਆਇਆ ਸੀਗਾ। ਹੁਣ ਪਾਰਟ ਦੂਸਰਾ ਸ਼ੁਰੂ ਹੁੰਦਾ। ਇਹ ਤਾਂ ਸੀ ਪੱਖ ਹਿੰਦੂਆਂ ਦਾ ਵੀ ਇਹਨਾਂ ਨੂੰ ਮੰਦਿਰਾਂ 'ਚ ਆਉਣ ਦਿਓ। ਹੁਣ ਕਹਿੰਦੇ ਵੀ ਹੁਣ ਆਪਾਂ ਇਹ ਦੇਖਣਾ ਵੀ ਜਿਹੜੇ ਅਛੂਤ ਆ ਉਹਨਾਂ ਦਾ ਕੀ ਪੱਖ ਆ ਮੰਦਿਰ ਐਂਟਰੀ ਨੂੰ ਲੈ ਕੇ। ਕਹਿੰਦੇ ਵੀ ਹੁਣ ਆਪਾਂ ਇਹ ਦੇਖਣਾ ਆ ਵੀ ਜਿਹੜੇ ਅਛੂਤ ਆ ਕੀ ਇਸ ਚੀਜ਼ ਤੋਂ ਉਹ ਪ੍ਰਭਾਵਿਤ ਹੋਏ ਵੀ ਹਿੰਦੂ ਇਸ ਗੱਲ ਤੋਂ, ਕੁਝ ਹਿੰਦੂ ਇਸ ਗੱਲ ਤੋਂ ਮੰਨੇ ਆ ਵੀ ਇਹਨਾਂ ਨੂੰ ਮੰਦਿਰਾਂ 'ਚ ਆਉਣ ਦਿੱਤਾ ਜਾਵੇ ਨਾ। ਕਹਿੰਦੇ ਮੈਨੂੰ ਇੱਕ ਗਾਂਧੀ ਨੇ ਮੈਨੂੰ ਪੁੱਛਿਆ ਵੀ ਤੂੰ ਜਿਹੜੀ ਮੈਂ ਇੱਕ ਟੈਂਪਲ ਐਂਟਰੀ ਮੰਦਿਰ ਪ੍ਰਵੇਸ਼ ਦੀ ਜਿਹੜੀ ਮੈਂ ਲਹਿਰ ਚਲਾ ਰਿਹਾ ਹੈਗਾ ਆ ਵੀ ਤੂੰ ਉਹਦਾ ਹਿੱਸਾ ਬਣਾ ਕੇ, ਹਨਾ। ਕਹਿੰਦੇ ਮੈਂ ਉਹਨੂੰ ਮਨਾ ਕਰ ਦਿੱਤਾ, ਗਾਂਧੀ ਨੂੰ ਮੈਂ ਮਨਾ ਕਰ ਦਿੱਤਾ ਤੇ ਮੈਂ ਇੱਕ ਲੈਟਰ ਲਿਖੀ। ਬਾਬਾ ਸਾਹਿਬ ਉਸ ਵੇਲੇ 3rd ਰਾਊਂਡ ਟੇਬਲ ਕਾਨਫਰੰਸ ਤੇ ਸੀਗੇ ਤੇ ਉਹ ਆਈ ਥਿੰਕ ਇੰਗਲੈਂਡ ਸੀਗੇ ਬਾਬਾ ਸਾਹਿਬ। ਉੱਥੋਂ ਫਿਰ ਸਟੇਟਮੈਂਟ ਲਿਖਦੇ ਆ, ਸਟੇਟਮੈਂਟ ਦਾ ਨਾਮ ਹੈਗਾ ਆ ਸਟੇਟਮੈਂਟ ਔਨ ਟੈਂਪਲ ਐਂਟਰੀ ਬਿੱਲ। 14 ਫਰਵਰੀ 1933 ਨੂੰ ਬਾਬਾ ਸਾਹਿਬ ਇਹ ਲਿਖਦੇ ਆ ਲੈਟਰ। ਉਹਦੇ ਵਿੱਚ ਆਪਣੀਆਂ ਮੰਗਾਂ ਰੱਖਦੇ ਆ। ਉਹਦੇ ਵਿੱਚ ਲਿਖਦੇ ਹੈਗੇ ਆ ਕਿ ਕਹਿੰਦੇ ਵੀ ਜਿਹੜੇ ਇਹ ਮੰਦਿਰ ਪ੍ਰਵੇਸ਼ ਦੀ ਜਿਹੜੀ ਲਹਿਰ ਹੈਗੀ ਆ ਇਹ ਸਿਰਫ ਸਨਾਤਨੀਆਂ ਤੇ ਮਹਾਤਮਾ ਗਾਂਧੀ ਤੱਕ ਹੀ ਸੀਮਤ ਹੈਗੀ ਆ, ਭਾਵੇਂ ਕਿ ਇਸ ਗੱਲ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਜਿਹੜੇ ਦੱਬੇ ਹੋਏ ਲੋਕ ਆ ਉਹਨਾਂ ਦਾ ਇਹਦੇ ਵਿੱਚ ਬਹੁਤ ਇੰਪੋਰਟੈਂਟ ਪਾਰਟ ਹੋਣਾ ਚਾਹੀਦਾ ਆ। ਫਿਰ ਅੱਗੇ ਦੱਸਦੇ ਹੈਗੇ ਆ ਕਿ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ, ਉਹਨਾਂ ਦੇ ਦ੍ਰਿਸ਼ਟੀਕੋਣ ਤੋਂ ਜਿਹੜੇ ਇਹ ਬਿੱਲ ਹੈਗੇ ਆ ਨਾ, ਇਹਦੇ ਵਿੱਚ ਕੋਈ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ, ਦੋਹਰਾ ਮੀਨਿੰਗ ਨਹੀਂ ਹੋਣੇ ਚਾਹੀਦੇ, ਉਹਦਾ ਇੱਕ ਸਾਰਥਕ, ਉਹਦਾ ਤੇ ਸਪਸ਼ਟ ਮੀਨਿੰਗ ਹੋਣਾ ਚਾਹੀਦਾ ਆ। ਕਹਿੰਦੇ ਵੀ ਜਦੋਂ ਜਿਹੜਾ ਇੱਕ ਬਿੱਲ ਸੈਂਟਰਲ ਆਪਣੇ ਲੋਕ ਸਭਾ 'ਚ ਜਿੱਦਾਂ ਆਪਾਂ ਕਹਿੰਦੇ ਆ ਵੀ ਅਸੈਂਬਲੀ 'ਚ ਪਾਸ ਹੋਇਆ ਸੀਗਾ ਰੰਗਾ ਅਈਅਰ ਦਾ ਟੈਂਪਲ ਐਂਟਰੀ ਬਿੱਲ, ਕਹਿੰਦੇ ਉਹਦੀ ਸਪੋਰਟ ਜਿਹੜੀ ਆ ਡਿਪਰੈਸਡ ਕਲਾਸ ਦੇ ਲੋਕ ਨਹੀਂ ਕਰ ਸਕਦੇ, ਠੀਕ ਹੈ। ਤੇ ਕਹਿੰਦੇ ਵੀ ਇਹ ਬਿੱਲ ਜਿਹੜਾ ਆ ਇਸ ਚੀਜ਼ ਦੇ ਉੱਤੇ ਆਧਾਰਿਤ ਆ ਬਈ ਮੰਦਿਰ ਐਂਟਰੀ ਦੇ ਲਈ, ਮੰਦਿਰ ਪ੍ਰਵੇਸ਼ ਦੇ ਲਈ ਉੱਥੇ ਦੇ ਜਿਹੜੇ ਮਹੱਲੇ ਦੇ ਲੋਕ ਆ, ਜਿੱਥੇ ਮੰਦਿਰ ਹੈਗਾ ਆ ਉੱਥੇ ਮਹੱਲੇ ਦੇ ਲੋਕ ਵੋਟਾਂ ਪਾਉਣਗੇ, ਮੈਜੋਰਿਟੀ ਦੇ ਵਿੱਚ ਵੋਟਾਂ ਪੈਣਗੀਆਂ। ਜੇ ਮੈਜੋਰਿਟੀ ਦੇ ਵਿੱਚ ਵੋਟ ਇਸ ਗੱਲ ਤੋਂ ਪੈਂਦੀ ਆ ਵੀ ਮੰਦਿਰ ਜਾਣਾ ਚਾਹੀਦਾ, ਅਛੂਤਾਂ ਨੂੰ ਦਿੰਦੇ ਆ ਅਸੀਂ ਆਗਿਆ ਤੇ ਅਛੂਤ ਜਾਣਗੇ, ਤੇ ਜੇ ਉਹ ਨਹੀਂ ਕਹਿੰਦੇ ਆ ਤੇ ਇਹਨਾਂ ਨੂੰ ਨਹੀਂ ਜਾਣ ਦੇਣਾ। ਇਹਦੇ ਵਿੱਚ ਅਛੂਤਾਂ ਦਾ ਤਾਂ ਕੋਈ ਹੈ ਹੀ ਨਹੀਂ ਲੈਣ ਦੇਣ, ਅਛੂਤਾਂ ਦੀ ਤਾਂ ਸੁਣੀ ਨਹੀਂ, ਉਹ ਤਾਂ ਹਿੰਦੂ ਹੀ ਡਿਸਾਈਡ ਕਰ ਰਿਹਾ ਵੀ ਅਸੀਂ ਤੁਹਾਨੂੰ ਆਉਣ ਦੇਣਾ ਕਿ ਨਹੀਂ ਆਉਣ ਦੇਣਾ, ਹਨਾ, ਵੋਟਾਂ ਦੇ ਥਰੂ, ਰੈਫਰੈਂਡਮ ਦੇ ਥਰੂ।
ਤੇ ਕਹਿੰਦੇ ਵੀ ਜਿਹੜਾ ਇਹ ਮੈਜੋਰਿਟੀ ਰੂਲ ਦਾ ਜਿਹੜਾ ਪ੍ਰਿੰਸੀਪਲ ਹੈਗਾ ਆ, ਸਿਧਾਂਤ ਹੈਗਾ ਆ, ਇਹ ਕੋਈ ਬਾਹਲਾ ਕ੍ਰਾਂਤੀਕਾਰੀ ਸਿਧਾਂਤ ਨਹੀਂ ਹੈਗਾ, ਤੇ ਇਸ ਕਰਕੇ ਸਾਨੂੰ ਇਹ ਪਸੰਦ ਨਹੀਂ ਹੈਗਾ। ਸੋ ਅੱਗੇ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਵੀ ਡਿਪਰੈਸਡ ਕਲਾਸ ਜਿਹੜਾ ਇਹ ਬਿੱਲ ਹੈਗਾ ਆ ਨਾ, ਇਹਨੂੰ ਅਸੀਂ ਜਦੋਂ ਨਾ ਇੱਕ ਬਿੱਲ ਹੁੰਦਾ ਉੱਤੇ ਕੋਈ ਜਿਹੜਾ ਐਕਟ ਨਹੀਂ ਹੁੰਦਾ, ਉਹ ਬਿੱਲ ਹੁੰਦਾ ਜਦੋਂ ਜਦ ਤੱਕ ਉਹ ਤੇ ਸਾਈਨ ਨਹੀਂ ਹੁੰਦੇ, ਚਰਚਾ ਨਹੀਂ ਹੁੰਦੀ, ਜਦੋਂ ਉਹ ਫਾਈਨਲਾਈਜ਼ ਹੋ ਜਾਂਦਾ ਆ, ਸਾਈਨ ਦੇ ਲਈ ਅੱਗੇ ਚਲੇ ਜਾਂਦਾ ਆ, ਉਦੋਂ ਫਿਰ ਉਹ ਐਕਟ ਬਣਦਾ ਆ, ਉਹ ਬਿੱਲ ਹੀ ਰਹਿੰਦਾ ਉਦੋਂ ਤੱਕ। ਫਿਰ ਕੀ ਹੋਇਆ, ਕਹਿੰਦੇ ਇਹਦੇ ਦੋ ਕਾਰਨ ਆ। ਰੀਜ਼ਨ 1 ਕਹਿੰਦੇ ਵੀ ਹੁਣ ਡਿਪਰੈਸਡ ਕਲਾਸ ਜਿਹੜੇ ਹੈਗੇ ਆ ਇਸ ਚੀਜ਼ ਨੂੰ ਸਪੋਰਟ ਨਹੀਂ ਕਰਦੇ ਮੰਦਰ ਐਂਟਰੀ ਨੂੰ। ਉਹਦਾ ਕਾਰਨ ਇੱਕ ਹੈਗਾ ਆ ਵੀ ਇਹਦੇ ਵਿੱਚ ਕੋਈ ਦਿਨ ਹਜੇ ਇਹ ਨਹੀਂ ਤੈਅ ਕੀਤਾ ਵੀ ਕਿੰਨੀ ਜਲਦੀ ਛੂਤਾਂ ਨੂੰ ਮੰਦਰਾਂ ਦੇ ਵਿੱਚ ਪ੍ਰਵੇਸ਼ ਕਰ ਦਿੱਤਾ ਜਾਵੇਗਾ, ਇਹ ਤੈਅ ਨਹੀਂ ਹੈਗਾ। ਦੂਸਰੇ ਨੰਬਰ ਦੇ ਉੱਤੇ ਜਿਹੜੀਆਂ ਮਾਈਨੋਰਿਟੀ ਆ, ਠੀਕ ਹੈ, ਜਿਹੜੀਆਂ ਮਾਈਨੋਰਿਟੀ ਹੈਗੀਆਂ ਆ, ਉਹਨਾਂ ਦਾ ਇਹਦੇ ਵਿੱਚ ਕੋਈ ਲੈਣ ਦੇਣ ਹੀ ਹੈ ਨਹੀਂਗਾ। ਇਹ ਤਾਂ ਹਦਾਇਤਾਂ ਆ, ਜਿਹੜੀਆਂ ਹਦਾਇਤਾਂ ਟਰਸਟੀਆਂ ਵੱਲੋਂ ਜਿਹੜੀਆਂ ਹੈਗੀਆਂ ਦਿੱਤੀਆਂ ਗਈਆਂ ਹੈਗੀਆਂ ਆ, ਹਨਾ ਜੀ। ਹਾਂਜੀ, ਤੇ ਇਹਦੇ ਵਿੱਚ ਇਹ ਦੱਸਿਆ ਗਿਆ ਦੂਸਰਾ ਪਹਿਲੇ ਰੀਜ਼ਨ ਦੇ ਵਿੱਚ ਬਾਬਾ ਸਾਹਿਬ ਇਹ ਦੱਸਦੇ ਆ ਕਿ ਇਹਦੇ ਵਿੱਚ ਸਿਰਫ ਜਿਹੜੇ ਮੰਦਿਰ ਦੇ ਟਰਸਟੀ ਆ ਤੇ ਮੈਨੇਜਰ ਆ, ਇਹ ਉਹਨਾਂ ਤੇ ਡਿਪੈਂਡ ਕਰਦਾ ਹੈਗਾ ਆ। ਤੇ ਤੀਸਰਾ ਇਹਦੇ ਵਿੱਚ ਇਹ ਹੈਗਾ ਆ ਵੀ ਜਿਹੜਾ ਬਿੱਲ ਦੇ ਵਿੱਚ ਇਹ ਕੁਝ ਨਹੀਂ ਦੱਸਿਆ ਹੈਗਾ ਕਿ ਜੇ ਬਿੱਲ ਪਾਸ ਹੋ ਜਾਂਦਾ ਆ, ਜੇ ਹਿੰਦੂ ਜਿਹੜੇ ਆ ਜੇ ਉਹ ਆਪਣਾ ਐਟੀਟਿਊਡ ਚੇਂਜ ਕਰ ਲੈਂਦੇ ਆ, ਤਾਂ ਫਿਰ ਉਹਦੀ ਸਜ਼ਾ ਕੀ ਹੋਣੀ ਚਾਹੀਦੀ ਆ, ਉਹਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ ਚਾਹੀਦਾ ਆ, ਕੁਝ ਨਹੀਂ ਪਤਾ। ਇੱਕ ਕਾਰਨ ਵੱਡਾ ਵੀ ਇਹਦੇ ਵਿੱਚ ਸਾਡਾ ਕੋਈ ਰੋਲ ਹੀ ਹੈ ਨਹੀਂਗਾ। ਫਿਰ ਕਹਿੰਦੇ ਵੀ ਮੈਂ ਇਹਦੇ ਵਿੱਚ ਕੁਝ ਨਹੀਂ ਸਾਨੂੰ ਲੱਭਿਆ। ਰੀਜ਼ਨ 2 ਦੇ ਵਿੱਚ ਕਹਿੰਦੇ ਹੈਗੇ ਆ ਕਿ ਰੀਜ਼ਨ 2 ਜਿਹੜਾ ਮੇਨ ਰੀਜ਼ਨ ਆ ਵੀ ਡਿਪਰੈਸਡ ਕਲਾਸ ਦੇ ਲੋਕ ਇਸ ਬਿੱਲ ਨੂੰ ਸਪੋਰਟ ਨਹੀਂ ਕਰਦੇ, ਉਹ ਇਹ ਆ ਕਿ ਅਛੂਤਾਪਨ ਨੂੰ ਭੈੜਾ ਰਿਵਾਜ ਨਹੀਂ ਦੱਸਿਆ ਗਿਆ। ਜਿਹੜਾ ਅਛੂਤਾਪਨ ਹੈਗਾ ਆ ਬਿੱਲ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਅਛੂਤਾਪਨ ਇੱਕ ਬਹੁਤ ਭੈੜਾ ਰਿਵਾਜ ਆ ਹਿੰਦੂ ਸੱਭਿਅਤਾ ਦਾ, ਹਿੰਦੂ ਸੁਸਾਇਟੀ ਦਾ, ਤੇ ਇਹਨੂੰ ਸਿਰਫ ਬਿੱਲ ਦੇ ਵਿੱਚ ਇੱਕ ਸੋਸ਼ਲ ਈਵਲ ਦੱਸਿਆ ਹੈ, ਸਮਾਜਿਕ ਬੁਰਾਈ ਦੱਸਿਆ, ਇਹ ਗਲਤ ਗੱਲ ਹੈਗੀ ਆ। ਤੇ ਕਹਿੰਦੇ ਇਹ ਇਸ ਚੀਜ਼ ਨੂੰ ਡਿਕਲੇਅਰ ਨਹੀਂ ਕਰਦੀ ਵੀ ਜਿਹੜਾ ਅਛੂਤਾਪਨ ਦੀ ਪ੍ਰੈਕਟਿਸ ਹੈਗੀ ਆ, ਜਿਹੜਾ ਕਿਸੇ ਦੇ ਨਾਲ ਅਛੂਤਾਪਨ ਜਿਹੜਾ ਕਿਸੇ ਤੇ ਥੋਪਿਆ ਜਾਂਦਾ, ਵੀ ਇਹ ਇਲੀਗਲ ਆ। ਬਿੱਲ ਇਹ ਨਹੀਂ ਕਰਦਾ ਹੈਗਾ ਕਾਨੂੰਨੀ ਤੌਰ ਦੇ ਉੱਤੇ। ਤੇ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਜਿਹੜਾ ਅਛੂਤਾਪਨ ਹੈਗਾ ਆ ਉਹਨੂੰ ਭੈੜਾ ਰਿਵਾਜ ਦੱਸ ਦੇਣਾ ਚਾਹੀਦਾ ਆ ਹਿੰਦੂਆਂ ਨੂੰ, ਤੇ ਐਸੇ ਚੀਜ਼ ਨੂੰ ਲੈ ਕੇ ਇਸ ਚੀਜ਼ ਨੂੰ ਖਤਮ ਕਰ ਦੇਣਾ ਚਾਹੀਦਾ ਕਾਨੂੰਨੀ ਤੌਰ ਦੇ ਉੱਤੇ। ਤੇ ਪਰ ਜਿਹੜਾ ਬਿੱਲ ਹੈਗਾ ਆ ਉਹ ਇਹ ਚੀਜ਼ ਨਹੀਂ ਕਰ ਰਿਹਾ ਹੈਗਾ। ਤੇ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਇੱਕ ਬਿੱਲ ਦੇ ਵਿੱਚ ਹੋਰ ਚੀਜ਼ ਪਾਸ ਕੀਤੀ ਆ ਵੀ ਅਸੀਂ ਜਿਹੜੀ ਸ਼ਰਾਬ ਦੀ ਵਰਤੋਂ ਹੈਗੀ ਆ, ਜਿਹੜੀ ਲੋਕਾਂ ਦੇ ਵਿੱਚ ਸ਼ਰਾਬ ਦੀ ਵਰਤੋਂ ਆ, ਉਹਦੇ ਉੱਤੇ ਵੀ ਅਸੀਂ ਰੋਕ ਲਾਉਣੀ ਆ। ਤੇ ਬਾਬਾ ਸਾਹਿਬ ਕਹਿੰਦੇ ਵੀ ਜਿਹੜੀ ਸ਼ਰਾਬ ਦੀ ਵਰਤੋਂ ਦੀ ਵੀ ਗੱਲ ਆਉਂਦੀ ਆ, ਉਹਦੇ ਤੇ ਜ਼ਿਆਦਾ ਅਹਿਮੀਅਤ ਦਿੱਤੀ ਆ ਅਛੂਤਾਪਨ ਦੇ ਨਾਲੋਂ, ਭਾਵ ਕਿ ਸ਼ਰਾਬ ਬੰਦ ਕਰਾਉਣੀ ਉਹਨਾਂ ਦੇ ਲਈ ਜ਼ਿਆਦਾ ਜ਼ਰੂਰੀ ਆ। ਅਛੂਤਾਪਨ ਕਹਿੰਦੇ ਵੀ ਕੋਈ ਗੱਲ ਨਹੀਂ, ਸੈਕੰਡ ਨੰਬਰ ਦੇ ਉੱਤੇ ਹੈਗੀ ਆ ਆਪਸ਼ਨ, ਪਰ ਫਸਟ ਨੰਬਰ ਦੇ ਉੱਤੇ ਸ਼ਰਾਬ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਆ ਵੀ ਬੰਦ ਕਰਾਉਣੀ ਆ। ਅਛੂਤਾਪਨ ਉਹਨਾਂ ਦੀ ਸੈਕੰਡ ਪ੍ਰੈਫਰੈਂਸ ਆ। ਇਸ ਕਰਕੇ ਜਿਹੜੇ ਡਿਪਰੈਸਡ ਕਲਾਸ ਦੇ ਲੋਕ ਆ ਉਹ ਇਸ ਬਿੱਲ ਦੀ ਸਪੋਰਟ ਨਹੀਂ ਕਰਦੇ ਹੈਗੇ। ਹੁਣ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਜਿਹੜਾ ਮੇਨ ਕੁਐਸਚਨ ਆ, ਮੇਨ ਸਵਾਲ ਇਹ ਬਣਦਾ ਆ ਵੀ ਕੀ ਡਿਪਰੈਸਡ ਕਲਾਸ ਦੇ ਲੋਕਾਂ ਦੀ ਇਹ ਮਨਸ਼ਾ ਹੈਗੀ ਆ ਕਿ ਉਹ ਮੰਦਰਾਂ ਦੇ ਵਿੱਚ ਆਉਣਾ ਚਾਹੁੰਦੇ ਆ, ਜਾਂ ਉਹਨਾਂ ਦੀ ਮਨਸ਼ਾ ਇਹ ਆ ਵੀ ਉਹ ਆਉਣਾ ਨਹੀਂ ਚਾਹੁੰਦੇ। ਕਹਿੰਦੇ ਇਹਦਾ ਆਨਸਰ ਦੋ ਦ੍ਰਿਸ਼ਟੀਕੋਣਾਂ ਦੇ ਹਿਸਾਬ ਨਾਲ ਮੈਂ ਦੇ ਸਕਦਾ ਵੀ ਅਛੂਤਾਂ ਤੋਂ ਤਾਂ ਪੁੱਛਿਆ ਨਹੀਂ ਗਿਆ, ਤੁਸੀਂ ਵੋਟਾਂ ਵੀ ਪਾ ਲਈਆਂ, ਹਰਾ ਜਿੱਤ ਵੀ ਲਿਆ ਤੇ ਟਰਸਟੀ ਵੀ ਇਨਵੋਲਵ ਹੋ ਗਏ, ਪਰ ਡਿਪਰੈਸਡ ਕਲਾਸ ਦੇ ਕੋਲੋਂ ਨਹੀਂ ਪੁੱਛਿਆ ਗਿਆ। ਪਰ ਸਵਾਲ ਤਾਂ ਡਿਪਰੈਸਡ ਕਲਾਸ ਦੇ ਕੋਲੋਂ ਬਣਦਾ ਵੀ ਤੁਸੀਂ ਮੰਦਿਰ ਵਿੱਚ ਜਾਣਾ ਚਾਹੁੰਦੇ ਆ ਕਿ ਨਹੀਂ। ਕਹਿੰਦੇ ਇਹਦੇ ਦੋ ਪੁਆਇੰਟ ਆਫ ਵਿਊ ਆ। ਇੱਕ ਮਟੀਰੀਅਲਿਸਟਿਕ ਪੁਆਇੰਟ ਆਫ ਵਿਊ ਆ। ਮਟੀਰੀਅਲਿਸਟਿਕ ਪੁਆਇੰਟ ਆਫ ਵਿਊ ਕੀ ਆ ਵੀ ਪਦਾਰਥਕ ਦ੍ਰਿਸ਼ਟੀਕੋਣ ਚੋਂ ਅਸੀਂ ਦੇਖਦੇ ਆ ਵੀ ਡਿਪਰੈਸਡ ਕਲਾਸ ਇਹ ਚਾਹੁੰਦੀ ਆ ਕਿ ਸਾਡੀ ਜ਼ਿੰਦਗੀ ਪੱਧਰ, ਜਿਹੜਾ ਸਾਡਾ ਜ਼ਿੰਦਗੀ ਦਾ ਜਿਹੜਾ ਪੱਧਰ ਆ, ਉਹਦਾ ਮਿਆਰ ਜਿਹੜਾ ਆ ਉਹਨੂੰ ਉੱਚਾ ਚੱਕਣ ਦੇ ਲਈ ਸਾਨੂੰ ਵੱਡੀ ਉੱਚੀ ਸਿੱਖਿਆ, ਵੱਡੀ ਨੌਕਰੀ, ਉਹਦੇ ਚੰਗੀ ਜ਼ਿੰਦਗੀ ਜਿਉਣ ਦੇ ਸਾਨੂੰ ਸਾਧਨ ਤੇ ਹੀਲੇ ਵਸੀਲੇ ਪੈਦਾ ਕਰਨੇ ਚਾਹੀਦੇ ਆ। ਤੇ ਉਹ ਇਸ ਚੀਜ਼ ਦੀ ਭਾਲ ਦੇ ਵਿੱਚ ਹੈਗੇ ਆ। ਉਹ ਇਹ ਚਾਹੁੰਦੇ ਆ ਕਿ ਜਦੋਂ ਉਹ ਇੱਕ ਵਾਰ ਪੜ੍ਹ ਜਾਂਦੇ ਆ, ਲਿਖ ਜਾਂਦੇ ਆ, ਚੰਗੀਆਂ ਨੌਕਰੀਆਂ ਤੇ ਲੱਗ ਜਾਂਦੇ ਆ, ਜਿਹੜੇ ਕੱਟੜਪੰਥੀ ਹਿੰਦੂ ਆ ਉਹਨਾਂ ਦਾ ਨਜ਼ਰੀਆ ਉਹਨਾਂ ਦੇ ਲਈ ਵੱਖਰਾ ਹੋ ਜਾਣਾ ਹੈਗਾ ਆ। ਜੇ ਨਹੀਂ ਵੀ ਹੁੰਦਾ ਸਾਨੂੰ ਕੋਈ ਪ੍ਰੋਬਲਮ ਨਹੀਂ, ਕਿਉਂਕਿ ਅਸੀਂ ਇਕਨੋਮਿਕਲੀ ਉਹਨਾਂ ਤੋਂ ਇੰਡੀਪੈਂਡੈਂਟ ਹੋ ਜਾਂਦੇ ਆ, ਅਸੀਂ ਆਪਣਾ ਕਰਨ ਲੱਗ ਪੈਂਦੇ ਆ ਤੇ ਅਸੀਂ ਆਪਣਾ ਖਾਣ ਲੱਗ ਪੈਂਦੇ ਆ। ਸੋ ਇਹ ਹੈਗਾ ਆ ਪਦਾਰਥਕ ਫਾਇਦਾ ਜਾਂ ਪਦਾਰਥਕ ਦ੍ਰਿਸ਼ਟੀਕੋਣ ਤੋਂ ਅਸੀਂ ਕੀ ਦੇਖਦੇ ਆ ਮੰਦਿਰ ਪ੍ਰਵੇਸ਼ ਨੂੰ। ਤੇ ਜਿਹੜੇ ਡਿਪਰੈਸਡ ਕਲਾਸ ਦੇ ਲੋਕ ਆ ਉਹ ਆਪਣੇ ਜਿਹੜੇ ਰਿਸੋਰਸਿਸ ਆ, ਜਿਹੜੇ ਆਪਣੀ ਜਿਹੜੀ એનર્ਜੀ ਹੈਗੀ ਆ,
ਤੇ ਆਪਣੇ ਜਿਹੜੇ ਸਾਧਨ ਆ ਉਹ ਮੰਦਰ ਐਂਟਰੀ ਦੇ ਲਈ ਐਵੇਂ ਬੇਫਜ਼ੂਲ ਗਵਾਉਣਾ ਨਹੀਂ ਚਾਹੁੰਦੇ। ਉਹਨਾਂ ਕੋਲ ਇੰਨਾ ਸਮਾਂ ਹੈ ਨਹੀਂ ਵੀ ਅਸੀਂ ਮੰਦਰਾਂ ਦੇ ਲਈ ਲੜਾਈ ਕਰੀਏ। ਅਗਲੀ ਗੱਲ ਬਾਬਾ ਸਾਹਿਬ ਕਹਿੰਦੇ ਹੈਗੇ ਆ ਬਈ ਜਿਹੜੀ ਮੇਨ ਗੱਲ ਸਭ ਨਾਲੋਂ ਅਨਦਰ ਰੀਜ਼ਨ ਜਿਹੜਾ ਹੈਗਾ ਆ ਵੀ ਅਸੀਂ ਕੇਅਰ ਹੀ ਨਹੀਂ ਕਰਦੇ ਮੰਦਰਾਂ ਦੇ ਲਈ ਐਂਟਰੀ ਦੇ ਲਈ ਫਾਈਟ ਕਰਨਾ, ਉਹਦੇ ਲਈ ਵੱਡਾ ਆਰਗੂਮੈਂਟ ਜਿਹੜੀ ਡਿਪਰੈਸਡ ਕਲਾਸ ਦੇ ਲੋਕ ਜਿਹੜਾ ਦਿੰਦੇ ਆ ਉਹ ਸੈਲਫ ਰਿਸਪੈਕਟ ਦਿੰਦੇ ਆ, ਸਵੈਮਾਨ ਦੀ ਗੱਲ ਕਰਦੇ ਵੀ ਸਾਡੇ ਅੰਦਰ ਵੀ ਕੋਈ ਸਵੈਮਾਨ ਹੈਗਾ ਆ, ਸਾਨੂੰ ਇਦਾਂ ਨਹੀਂ ਕੋਈ ਰੋਕ ਦਿੰਦਾ ਅਸੀਂ ਰੁਕ ਜਾਵਾਂਗੇ, ਜੇ ਸਾਨੂੰ ਕਹਿ ਦੋਗੇ ਆ ਜਾਓ ਤਾਂ ਆ ਜਾਾਂਗੇ, ਇਦਾਂ ਨਹੀਂ, ਸਾਡੇ ਅੰਦਰ ਵੀ ਸੈਲਫ ਰਿਸਪੈਕਟ ਹੈਗੀ ਆ, ਇਹਨਾਂ ਦੇ ਅੰਦਰ ਵੀ ਸਵੈਮਾਨ ਹੈਗਾ ਆ। ਕਹਿੰਦੇ ਸਿਚੁਏਸ਼ਨ ਇਦਾਂ ਦੀ ਬਣੀ ਹੋਈ ਆ ਭਾਰਤ ਦੇ ਵਿੱਚ ਬਈ ਆਪਾਂ ਆਮ ਦੇਖ ਉਸ ਵੇਲੇ ਦੀ ਇਹ ਗੱਲ ਬਾਬਾ ਸਾਹਿਬ ਦੱਸਦੇ ਆ ਵੀ ਆਪਾਂ ਆਮ ਦੇਖਦੇ ਜਿਹੜੇ ਯੂਰਪੀਅਨ ਸੀਗੇ, ਬ੍ਰਿਟਿਸ਼ਰ ਸੀਗੇ, ਉਹਨਾਂ ਨੇ ਆਪਣੇ ਕਮਰਿਆਂ ਦੇ ਬਾਹਰ ਆਪਣੇ ਜਿੱਥੇ ਉਹ ਮੀਟਿੰਗਾਂ ਵਗੈਰਾ ਕਰਦੇ ਹੁੰਦੇ ਸੀ, ਜਿਹੜੇ ਉਹਨਾਂ ਦੇ ਥਾਂ ਹੁੰਦੇ ਸੀ, ਉੱਥੇ ਬਾਹਰ ਲਿਖਿਆ ਹੁੰਦਾ ਸੀਗਾ ਕਿ ਕੁੱਤੇ ਅਤੇ ਇੰਡੀਅਨ ਅੰਦਰ ਅਲਾਉ ਨਹੀਂ ਹੈਗੇ, ਡੌਗਸ ਐਂਡ ਇੰਡੀਅਨਸ ਨਾਟ ਅਲਾਉਡਡ, ਬਈ ਅੰਦਰ ਆ ਨਹੀਂ ਸਕਦੇ। ਕਹਿੰਦੇ ਹਿੰਦੂ ਮੰਦਰਾਂ ਦੇ ਵਿੱਚ ਕੀ ਲਿਖਿਆ ਹੁੰਦਾ ਆ ਬਈ ਸਾਰੇ ਹਿੰਦੂ ਤੇ ਸਾਰੇ ਜਾਨਵਰ ਇਨਕਲੂਡਿੰਗ ਡੌਗ ਸਾਰੇ ਆ ਸਕਦੇ ਆ ਪਰ ਅਛੂਤ ਨਹੀਂ ਆ ਸਕਦੇ। ਠੀਕ ਹੈ, ਜੇ ਇੱਕ ਹਿੰਦੂ ਜਿਹੜਾ ਆ ਉਹਨੇ ਕਦੀ ਇਹ ਕੇਅਰ ਨਹੀਂ ਕੀਤੀ ਵੀ ਜੇ ਗੋਰੇ ਜਿਹੜੇ ਆ ਉਹਨਾਂ ਨੇ ਇਹ ਲਿਖਿਆ ਆ ਕਿ ਡੌਗ ਤੇ ਇੰਡੀਅਨ ਸਾਡੇ ਇਸ ਥਾਂ ਤੇ ਆ ਨਹੀਂ ਸਕਦੇ, ਪ੍ਰਵੇਸ਼ ਨਹੀਂ ਕਰ ਸਕਦੇ, ਤੇ ਕਦੀ ਉਹਨੇ ਐਜੀਟੇਸ਼ਨ ਨਹੀਂ ਕੀਤੀ, ਹਿੰਦੂ ਨੇ ਕਦੀ ਐਜੀਟੇਸ਼ਨ ਨਹੀਂ ਕੀਤੀ ਇਸ ਚੀਜ਼ ਨੂੰ ਲੈ ਕੇ, ਤੇ ਸਾਡੇ ਅੰਦਰ ਵੀ ਸਵੈਮਾਨ ਹੈਗਾ ਆ, ਸਾਡੇ ਅੰਦਰ ਵੀ ਸੈਲਫ ਰਿਸਪੈਕਟ ਹੈਗੀ ਆ, ਅਸੀਂ ਵੀ ਐਜੀਟੇਸ਼ਨ ਨਹੀਂ ਕਰਨੀ, ਸਾਨੂੰ ਮੰਦਰਾਂ ਚ ਆਉਣ ਦਿੱਤਾ ਜਾਵੇ। ਸਿਚੁਏਸ਼ਨ ਦੋਨਾਂ ਪਾਸੇ ਸੇਮ ਆ। ਇਹ ਬਾਬਾ ਸਾਹਿਬ ਦੱਸਦੇ ਹੈਗੇ ਆ, ਸਪਿਰਿਚੁਅਲ ਪੁਆਇੰਟ ਆਫ ਵਿਊ ਦੱਸਦੇ ਹੈਗੇ ਆ ਵੀ ਸਪਿਰਿਚੁਅਲ ਅਧਿਆਤਮਿਕ ਤੌਰ ਦੇ ਉੱਤੇ ਬਾਬਾ ਸਾਹਿਬ ਕੀ ਕਹਿੰਦੇ ਆ। ਬਾਬਾ ਸਾਹਿਬ ਕਹਿੰਦੇ ਵੀ ਅਧਿਆਤਮਿਕ ਤੌਰ ਦੇ ਉੱਤੇ ਰਿਲੀਜੀਅਸਲੀ ਜਿੱਦਾਂ ਦਾ ਧਾਰਮਿਕ ਲੋਕਾਂ ਦਾ ਖਿਆਲ ਆ ਮੰਦਰ ਪ੍ਰਵੇਸ਼ ਨੂੰ ਲੈ ਕੇ, ਉਦਾਂ ਦਾ ਡਿਪਰੈਸਡ ਕਲਾਸ ਦਾ ਵੀ ਹੈਗਾ ਆ। ਡਿਪਰੈਸਡ ਕਲਾਸ ਵੀ ਚਾਹੁੰਦੇ ਆ ਵੀ ਸਾਨੂੰ ਸਪਿਰਿਚੁਅਲ ਪੁਆਇੰਟ ਆਫ ਵਿਊ ਤੋਂ ਵੀ ਅਸੀਂ ਮਤਲਬ ਕਿ ਲਾਪਰਵਾਹ ਨਹੀਂ ਹੈਗੇ। ਉਹ ਚ ਕਹਿੰਦੇ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਉਹ ਮੰਦਰਾਂ ਦੇ ਪ੍ਰਵੇਸ਼ ਪ੍ਰਤੀ ਲਾਪਰਵਾਹ ਨਹੀਂ ਹਨ, ਜਿਵੇਂ ਕਿ ਉਹ ਹੋਣਗੇ ਜੇ ਸਿਰਫ ਪਦਾਰਥਕ ਦ੍ਰਿਸ਼ਟੀਕੋਣ ਹੀ ਹਾਵੀ ਹੁੰਦਾ ਹੋਵੇ। ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਜਿਹੜਾ ਅਧਿਆਤਮਕ ਉਹਨਾਂ ਨੂੰ ਅਧਿਆਤਮਕ ਜਿਹੜਾ ਸੁੱਖ ਹੈਗਾ ਆ ਅਧਿਆਤਮਿਕ ਦ੍ਰਿਸ਼ਟੀਕੋਣ ਤੇ ਉਹ ਬਾਕੀ ਧਾਰਮਿਕ ਲੋਕਾਂ ਵਾਂਗੂ ਹੀ ਆ, ਪਰ ਸੈਲਫ ਰਿਸਪੈਕਟ ਜਿਹੜੀ ਆ ਉਹਨਾਂ ਦੇ ਲਈ ਨੰਬਰ 1 ਆ। ਫਿਰ ਅੱਗੇ ਦੱਸਦੇ ਹੈਗੇ ਆ ਕਿ ਫਾਈਨਲ ਆਨਸਰ ਜਿਹੜਾ ਗਾਂਧੀ ਮੇਰੇ ਤੋਂ ਪੁੱਛ ਰਿਹਾ ਆ ਵੀ ਤੁਸੀਂ ਸਾਡਾ ਸਾਥ ਦਿਓ ਜਾਂ ਡਿਪਰੈਸਡ ਕਲਾਸ ਇਸ ਬਿੱਲ ਦਾ ਸਾਥ ਦੇਣ, ਕਹਿੰਦੇ ਫਾਈਨਲ ਜਿਹੜਾ ਆਨਸਰ ਹੈਗਾ ਆ ਇਹ ਡਿਪੈਂਡ ਕਰਦਾ ਵੀ ਗਾਂਧੀ ਜਿਹੜਾ ਜਿਹੜਾ ਮੰਦਰ ਪ੍ਰਵੇਸ਼ ਨੂੰ ਲੈ ਕੇ ਗਾਂਧੀ ਦਾ ਕੀ ਖਿਆਲ ਆ, ਉਹਦਾ ਆਨਸਰ ਕੀ ਹੋਣਾ ਮੇਰੇ ਕੁਐਸਚਨ ਨੂੰ। ਕਹਿੰਦੇ ਸਵਾਲ ਇਹ ਬਣਦਾ ਗਾਂਧੀ ਉੱਤੇ ਵੀ ਆਖਰੀ ਜਿਹੜਾ ਐਂਡਲਾ ਫਾਈਨਲ ਗੋਲ ਜਿਹੜਾ ਆ ਗਾਂਧੀ ਸਾਨੂੰ ਮੰਦਰਾਂ ਦੇ ਵਿੱਚ ਲਿਆ ਕੇ ਕਰਨਾ ਕੀ ਚਾਹੁੰਦਾ ਆ, ਕੀ ਉਹ ਸਾਡਾ ਸਮਾਜਿਕ ਪੱਧਰ ਜਿਹੜਾ ਉਹ ਉੱਚਾ ਚੱਕਣਾ ਚਾਹੁੰਦਾ ਆ ਕਿ ਸਿਰਫ ਸਾਨੂੰ ਇਹੀ ਕਹਿਣਾ ਚਾਹੁੰਦਾ ਆ ਵੀ ਆਓ ਬਸ ਮੰਦਰਾਂ 'ਚ ਤੁਸੀਂ ਐਂਟਰ ਕਰ ਜਾਓ। ਜੇ ਉਹਦਾ ਇਹ ਖਿਆਲ ਆ ਬਈ ਸਿਰਫ ਮੰਦਰ ਪ੍ਰਵੇਸ਼ ਉਹਦਾ ਆਖਰੀ ਗੋਲ ਆ, ਅਲਟੀਮੇਟ ਗੋਲ ਆ, ਉਸ ਤੋਂ ਅੱਗੇ ਕੁਛ ਨਹੀਂ, ਤੇ ਅਸੀਂ ਕੇਅਰ ਨਹੀਂ ਕਰਦੇ ਮੰਦਰਾਂ 'ਚ ਆਉਣ ਦੀ। ਜੇ ਤੁਸੀਂ ਸਾਨੂੰ ਉੱਚਾ ਨਹੀਂ ਚੁੱਕਦੇ, ਸਾਡਾ ਸਮਾਜਿਕ ਪੱਧਰ ਉੱਚਾ ਨਹੀਂ ਚੁੱਕਦੇ, ਸਾਡੀ ਮਦਦ ਨਹੀਂ ਕਰਦੇ, ਅਸੀਂ ਹਿੰਦੂ ਸੁਸਾਇਟੀ ਨੂੰ ਰਿਜੈਕਟ ਕਰਦੇ ਹਾਂ ਤੇ ਅਸੀਂ ਆਪਣਾ ਕੋਈ ਹੋਰ ਰਾਹ ਲੱਭਾਂਗੇ। ਇੱਥੇ ਬਾਬਾ ਸਾਹਿਬ ਨੇ ਗੱਲ ਕਹੀ ਆ। ਤੇ ਫਿਰ ਅੱਗੇ ਕਹਿੰਦੇ ਹੈਗੇ ਆ ਜੇ ਇਹ ਪਹਿਲਾ ਸਟੈਪ ਆ ਵੀ ਮੰਦਰ ਪ੍ਰਵੇਸ਼ ਹਿੰਦੂਆਂ ਵੱਲੋਂ ਪਹਿਲਾ ਸਟੈਪ ਆ, ਤੇ ਫਿਰ ਅਸੀਂ ਇਸ ਚੀਜ਼ ਬਾਰੇ, ਇਸ ਬਿੱਲ ਨੂੰ ਸਪੋਰਟ ਕਰਨ ਬਾਰੇ ਸੋਚ ਸਕਦੇ ਹਾਂ। ਕਹਿੰਦੇ ਡਿਪਰੈਸਡ ਕਲਾਸ ਦੇ ਲੋਕ ਚਾਹੁੰਦੇ ਕੀ ਆ ਧਰਮ ਦੇ ਵਿੱਚੋਂ, ਇਹ ਬਹੁਤ ਇੰਪੋਰਟੈਂਟ ਗੱਲ ਆ ਵੀ ਧਰਮ ਦੇ ਵਿੱਚੋਂ ਅਸੀਂ ਲੱਭਦੇ ਕੀ ਆ, ਧਰਮ ਦੇ ਵਿੱਚੋਂ ਅਸੀਂ ਸਮਾਜਿਕ ਬਰਾਬਰਤਾ ਕਹਿੰਦੇ ਲੱਭਦੇ ਆ। ਜਿਹੜੇ ਧਰਮ ਵਿੱਚ ਸਾਨੂੰ ਸਮਾਜਿਕ ਬਰਾਬਰਤਾ ਨਹੀਂ ਮਿਲਦੀ ਅਸੀਂ ਉਹਨੂੰ ਠੋਕਰ ਮਾਰਾਂਗੇ। ਠੀਕ ਹੈ, ਫਿਰ ਇਹਦੇ ਵਿੱਚ ਬਾਬਾ ਸਾਹਿਬ ਜਿਹੜੀ ਗਾਂਧੀ ਤੋਂ ਮੰਗ ਰੱਖਦੇ ਆ, ਜਿਹੜਾ ਕਹਿੰਦੇ ਵੀ ਜਿਹੜੇ ਮੇਰੇ ਸਵਾਲ ਦਾ ਜਵਾਬ ਗਾਂਧੀ ਕਿੱਦਾਂ ਦਿੰਦਾ ਆ ਉਹਦੇ ਤੇ ਡਿਪੈਂਡ ਕਰਦਾ ਵੀ ਅਸੀਂ ਗਾਂਧੀ ਨੂੰ ਸਪੋਰਟ ਕਰਨੀ ਹੈ ਕਿ ਨਹੀਂ ਕਰਨੀ। ਕਹਿੰਦੇ ਮੈਂ ਇਹ ਗੱਲ ਕਰਦਾ ਵੀ ਇੱਕ ਦੋ ਤਰ੍ਹਾਂ ਦੀਆਂ ਸਮਾਜਿਕ ਜਿਹੜੇ ਹੈਗੀ ਆ ਈਵਲਸ ਜਿਹੜੀਆਂ ਹੈਗੀਆਂ ਆ ਭੈੜਾਂ, ਸਮਾਜਿਕ ਜਿਹੜੀਆਂ ਭੈੜਾਂ ਦੋ ਤਰ੍ਹਾਂ ਦੀਆਂ, ਇੱਕ ਧਾਰਮਿਕ ਆ ਇੱਕ ਗੈਰ ਧਾਰਮਿਕ ਆ। ਸਭਿਅਕ ਸਮਾਜ ਦੇ ਵਿੱਚ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮਾਜਿਕ ਭੈੜ ਆ, ਚਾਹੇ ਉਹ ਧਾਰਮਿਕ ਹੋਵੇ ਚਾਹੇ ਉਹ ਗੈਰ ਧਾਰਮਿਕ ਹੋਵੇ, ਉਹਨੂੰ ਮਾਨਤਾ ਨਹੀਂ ਦੇਣੀ ਚਾਹੀਦੀ, ਉਹਦੇ ਤੇ ਸਫਾਈ ਨਹੀਂ ਦੇਣੀ ਚਾਹੀਦੀ ਕਿਸੇ ਨੂੰ। ਪਰ ਸਭ ਨਾਲੋਂ ਵੱਡੀ ਪ੍ਰੋਬਲਮ ਉੱਥੇ ਆਉਂਦੀ ਆ, ਭੈੜੀ ਗੱਲ ਇਹ ਆ ਵੀ ਕਈ ਧਰਮ ਆ, ਜਿੱਦਾਂ ਧਰਮ ਹਿੰਦੂ ਧਰਮ ਆ, ਉਹਦੇ ਵਿੱਚ ਸਮਾਜਿਕ ਭੈੜਾਂ ਜਿਹੜੀਆਂ ਹੈਗੀਆਂ ਆ, ਧਾਰਮਿਕ ਭੈੜਾਂ ਜਿਹੜੀਆਂ ਹੈਗੀਆਂ ਆ, ਉਹਨਾਂ ਨੂੰ ਬਹੁਤ ਅੱਗੇ ਰੱਖਿਆ ਗਿਆ ਹੈਗਾ। ਬਾਬਾ ਸਾਹਿਬ ਕਹਿੰਦੇ ਸਭ ਨਾਲੋਂ ਭੈੜੀ ਗੱਲ ਆ ਹਿੰਦੂ ਜਿਹੜੇ ਡਿਪਰੈਸਡ ਕਲਾਸ ਆ ਇਸ ਗੱਲ ਨੂੰ ਟੋਲਰੇਟ ਨਹੀਂ ਕਰ ਸਕਦੇ। ਡਿਪਰੈਸਡ ਕਲਾਸ ਦੇ ਲੋਕ ਇਹ ਕਹਿੰਦੇ ਆ ਕਿ ਜਦ ਤੱਕ ਹਿੰਦੂ ਧਰਮ ਦੇ ਵਿੱਚ ਕਾਸਟ ਸਿਸਟਮ ਆ, ਜਦ ਤੱਕ ਹਿੰਦੂ ਧਰਮ ਦੇ ਵਿੱਚ ਇਨਕੁਐਲਿਟੀ ਆ,
ਉਦ ਤੱਕ ਅਸੀਂ ਉਹਨਾਂ ਦੇ ਧਰਮ ਦੇ ਵਿੱਚ ਉਹਨਾਂ ਦੇ ਮੰਦਿਰ ਪ੍ਰਵੇਸ਼ ਨੂੰ ਅਸੈਪਟ ਨਹੀਂ ਕਰਾਂਗੇ। ਸਾਡੀ ਇਹ ਮੰਗ ਆ, ਜੇ ਤੁਸੀਂ ਬਰਾਬਰਤਾ ਦੇ ਸਿਧਾਂਤ ਨੂੰ ਅਪਣਾਉਣਾ ਚਾਹੁੰਦੇ ਆ, ਤੁਸੀਂ ਇਹ ਚਾਹੁੰਦੇ ਆ ਕਿ ਅਸੀਂ ਬਰਾਬਰਤਾ ਫੈਲਾਉਣੀ ਆ, ਤੇ ਜਿਹੜੇ ਹਿੰਦੂ ਸਮਾਜ ਦੇ ਵੱਲੋਂ ਬ੍ਰਾਹਮਣ, ਖਾਤਰੀ, ਵੈਸ਼ ਤੇ ਸ਼ੂਦਰਾ ਜਿਹੜੇ ਇਹ ਵਰਨ ਸਿਸਟਮ ਆ, ਇਸ ਢਾਂਚੇ ਨੂੰ ਢਾਹ ਢੇਰੀ ਕੀਤਾ ਜਾਵੇ। ਇਹ ਬਾਬਾ ਸਾਹਿਬ ਦੀ ਉਹਦੇ ਆਪਣੀ ਲੈਟਰ, ਇਹ ਬਾਬਾ ਸਾਹਿਬ ਦੀ ਲੈਟਰ ਚੱਲ ਰਹੀ ਆ ਤੇ ਉਹਦੇ ਵਿੱਚ ਇਹ ਬੋਲ ਰਹੇ ਹੈਗੇ ਆ। ਤੇ ਬਾਬਾ ਸਾਹਿਬ ਕਹਿੰਦੇ ਆ ਵੀ ਜੇ ਤੁਸੀਂ ਇਸ ਢਾਂਚੇ ਨੂੰ ਤਬਾਹ ਨਹੀਂ ਕਰਦੇ ਜਾਂ ਤੁਸੀਂ ਇਸ ਢਾਂਚੇ ਨੂੰ ਤਹਿਸ ਨਹਿਸ ਨਹੀਂ ਕਰਦੇ ਤਾਂ ਇੱਕ ਜਿਹੜਾ ਬਿੱਲ ਆ ਉਹ ਕੁਝ ਨਹੀਂ ਕਰ ਸਕਦਾ ਤੁਹਾਡਾ। ਕਹਿੰਦੇ ਜਿਹੜਾ ਚਤੁਰਵਰਨ ਸਿਸਟਮ ਆ ਇਹਨੂੰ ਰਿਮੂਵ ਕਰਨਾ ਪੈਣਾ। ਇਹੀ ਕਹਿੰਦੇ ਅਛੂਤਾਪਨ ਦਾ ਕਾਰਨ ਆ, ਕਾਸਟ ਸਿਸਟਮ ਅਛੂਤਾਪਨ ਦਾ ਕਾਰਨ ਆ। ਇਹੀ ਹਿੰਦੂ ਸਮਾਜ ਦੇ ਵਿੱਚ ਇਕੁਐਲਿਟੀ ਕ੍ਰੀਏਟ ਨਹੀਂ ਹੋਣ ਦੇ ਰਿਹਾ ਹੈਗਾ। ਕਹਿੰਦੇ ਜਦ ਤੱਕ ਤੁਸੀਂ ਇਹ ਕਰਦੇ ਨਹੀਂ, ਅਸੀਂ ਹਿੰਦੂ ਧਰਮ ਨੂੰ ਰਿਜੈਕਟ ਕਰਾਂਗੇ। ਇਹ 1933 ਦੀ ਗੱਲ ਆ। ਫਿਰ ਬਾਬਾ ਸਾਹਿਬ ਦੱਸਦੇ ਆ ਜਿਹੜਾ ਕਾਸਟ ਸਿਸਟਮ ਆ ਤੇ ਚਤੁਰਵਰਨ ਆ, ਜਿਹੜਾ ਕਾਸਟ ਸਿਸਟਮ ਆ ਤੇ ਚਤੁਰਵਰਨ ਆ, ਇਹ ਅਛੂਤਾਂ ਦੇ ਸਵੈਮਾਨ ਦੇ ਖਿਲਾਫ ਆ। ਜਿਹੜੇ ਗਾਂਧੀ ਆ ਤੇ ਹਿੰਦੂ ਸਮਾਜ ਸੁਧਾਰਕ ਆ, ਕਿ ਉਹ ਇਹ ਹੌਸਲਾ ਦਿਖਾਉਣਗੇ, ਅੱਗੇ ਆਉਣਗੇ ਜੋ ਮੈਂ ਕਿਹਾ ਉਹਨੂੰ ਢਾਹ ਢੇਰੀ ਕਰਨ ਦੇ ਲਈ। ਅੱਗੇ ਦੱਸਦੇ ਆ ਕਿ ਮੇਰਾ ਡਿਸੀਜਨ ਇਸ ਦੇ ਉੱਤੇ ਟਿਕਿਆ ਹੋਇਆ ਆ, ਮੇਰਾ ਡਿਸੀਜਨ ਇਸ ਦੇ ਉੱਤੇ ਟਿਕਿਆ ਆ ਕਿ ਕੋਈ ਹਿੰਦੂ ਜਾਂ ਗਾਂਧੀ ਮੋਹਰੇ ਆਵੇਗਾ ਕਿ ਨਹੀਂ ਆਵੇਗਾ। ਇਹ ਜਿਹੜੀਆਂ ਮੇਰੀਆਂ ਮੰਗਾਂ ਆ, ਕਾਸਟ ਸਿਸਟਮ ਨੂੰ, ਵਰਨ ਸਿਸਟਮ ਨੂੰ ਢਾਹ ਢੇਰੀ ਕਰਨਾ, ਡਿਸਟਰੋਏ ਕਰਨਾ। ਫਿਰ ਬਾਬਾ ਸਾਹਿਬ ਕਹਿੰਦੇ ਵੀ ਜਿਹੜਾ ਮੇਰੇ ਨਾਲ ਸੈਕੰਡ ਰਾਊਂਡ ਟੇਬਲ ਕਾਨਫਰੰਸ ਦੇ ਉੱਤੇ ਇੱਕ ਹੋਰ ਅਛੂਤਾਂ ਦੀ ਨੁਮਾਇੰਦਗੀ ਕਰਨ ਗਿਆ ਸੀਗਾ, ਦੀਵਾਨ ਬਹਾਦਰ ਸ੍ਰੀ ਨਿਵਾਸਨ, ਉਹਨੇ ਵੀ ਇਸ ਬਿੱਲ ਨੂੰ ਡਿਨਾਈ ਕੀਤਾ ਵੀ ਨਹੀਂ, ਸਾਨੂੰ ਨਹੀਂ ਚਾਹੀਦਾ ਤੁਹਾਡਾ ਮੰਦਿਰ ਮੂਵਮੈਂਟ ਜਿਹੜੀ ਹੈ ਨਾ, ਮੰਦਿਰਾਂ ਦੇ ਵਿੱਚ ਐਂਟਰੀ ਸਾਨੂੰ ਨਹੀਂ ਚਾਹੀਦੀ, ਸਾਨੂੰ ਸਵੈਮਾਨ ਜ਼ਰੂਰੀ ਆ। ਕਹਿੰਦੇ ਫਿਰ ਗਾਂਧੀ ਨੇ ਮੇਰੇ ਕੁਐਸਚਨ ਦਾ ਸਿੱਧਾ ਜਵਾਬ ਦਿੱਤਾ, ਜਿਹੜੀ ਮੈਂ ਲੈਟਰ ਲਿਖੀ ਸੀ। ਗਾਂਧੀ ਕਹਿੰਦਾ ਹੈਗਾ ਆ ਕਿ ਮੈਂ ਅਛੂਤਾਪਨ ਦੇ ਖਿਲਾਫ ਆ, ਪਰ ਮੈਂ ਕਾਸਟ ਸਿਸਟਮ ਦੇ ਖਿਲਾਫ ਨਹੀਂ ਹੈਗਾ। ਕਹਿੰਦੇ ਉਸੇ ਦਿਨ ਤੋਂ ਹੀ ਮੈਂ ਡਿਸਾਈਡ ਕੀਤਾ ਕਿ ਮੈਂ ਇਹਨਾਂ ਦੀ ਜਿਹੜੀ ਮੰਦਿਰ ਮੂਵਮੈਂਟ ਆ ਉਹਦਾ ਹਿੱਸਾ ਨਹੀਂ ਬਣਾਂਗਾ। ਇਹ ਫਾਈਨਲ ਡਿਸੀਜਨ ਸੀ ਬਾਬਾ ਸਾਹਿਬ ਦਾ, ਜਦੋਂ ਗਾਂਧੀ ਨੇ ਕਿਹਾ ਵੀ ਅਸੀਂ ਅਛੂਤਾਪਨ ਤਾਂ ਖਤਮ ਕਰਾਂਗੇ ਪਰ ਕਾਸਟ ਸਿਸਟਮ ਨੂੰ ਨਹੀਂ ਕਰਨਾ ਸੀ ਖਤਮ। ਇਹ ਹੋਇਆ ਜੀ। ਵਰਨ ਸਿਸਟਮ ਜਿਹੜਾ ਆ, ਕਾਸਟ ਸਿਸਟਮ ਜਿਹੜਾ ਆ ਉਹਦੇ ਖਿਲਾਫ ਨਹੀਂ ਹੈ, ਵਰਨ ਸਿਸਟਮ ਦੇ ਖਿਲਾਫ ਨਹੀਂ ਹੈ। ਗਾਂਧੀ ਸਿਰਫ ਅਛੂਤਾਪਨ ਦੇ ਖਿਲਾਫ ਹੈ, ਕਾਸਟ ਸਿਸਟਮ ਹੋਣੀ ਚਾਹੀਦੀ ਕਹਿੰਦਾ। ਸੋ ਬਾਬਾ ਸਾਹਿਬ ਕਹਿੰਦੇ ਮੈਂ ਆਪਣੇ ਆਪ ਨੂੰ ਉੱਥੋਂ ਅੱਡ ਕਰ ਲਿਆ। ਅੱਗੇ ਬਾਬਾ ਸਾਹਿਬ ਜਿਹੜਾ MC ਰਾਜਾ ਦੇ ਬਾਰੇ ਥੋੜਾ ਜਿਹਾ ਦੱਸਦੇ ਆ ਵੀ MC ਰਾਜਾ ਸੀਗਾ, ਗਾਂਧੀ ਦਾ ਸਪੋਰਟਰ ਸੀਗਾ, ਬਾਅਦ ਚ ਫਿਰ ਕਾਂਗਰਸ ਨੇ ਉਹਨੂੰ ਧੋਖਾ ਦਿੱਤਾ ਤੇ ਫਿਰ ਅੱਡ ਹੋ ਗਿਆ ਕਾਂਗਰਸ ਦੇ ਨਾਲੋਂ। ਤੇ ਕੀ ਹੋਇਆ ਸੀਗਾ ਉਹ, ਫਿਰ ਉਹ ਕਹਿੰਦੇ ਸੀਗੇ ਕਿ ਕਹਿੰਦੇ ਵੀ ਜਿਹੜਾ ਇੱਕ ਅਛੂਤਾਂ ਦਾ ਇੱਕ ਬਹੁਤ ਘੈਂਟ ਲੀਡਰ ਕਹਿੰਦੇ ਸੀਗੇ ਉਹਨੂੰ, ਬਾਬਾ ਸਾਹਿਬ ਦੱਸਦੇ ਵੀ ਇੱਕ ਅਛੂਤਾਂ ਦਾ ਇੱਕ ਲੀਡਿੰਗ ਮੈਂਬਰ ਸੀਗਾ ਉਹ, ਤੇ ਉਹਨਾਂ ਵਿੱਚੋਂ ਇੱਕੋ ਲੀਡਰ ਸੀ MC ਰਾਜਾ। ਉਹ ਕਹਿੰਦੇ ਵੀ ਨੋਮੀਨੇਟਡ ਮੈਂਬਰ ਸੀਗਾ ਸੈਂਟਰਲ ਅਸੈਂਬਲੀ ਦਾ, 1927 ਦੇ ਵਿੱਚ ਰਿਹਾ ਉਹ। ਤੇ ਹੋਇਆ ਕੀ, ਕਹਿੰਦੇ ਉਹਦਾ ਕਾਂਗਰਸ ਦੇ ਨਾਲ ਦੂਰੋਂ ਨੇੜੋਂ ਕੋਈ ਲੈਣਾ ਦੇਣਾ ਨਹੀਂ ਸੀਗਾ। ਕਹਿੰਦੇ ਉਹ ਬਹੁਤ ਤਕੜਾ ਕਾਂਗਰਸ ਦਾ ਆਲੋਚਕ ਸੀਗਾ, ਤੇ ਬਹੁਤ ਤਕੜਾ ਕਾਂਗਰਸ ਦਾ ਆਲੋਚਕ ਸੀ, ਤੇ ਸਰਕਾਰ ਨੂੰ ਬਹੁਤ ਪਿਆਰ ਕਰਦਾ ਸੀ, ਤੇ ਸਰਕਾਰ ਦੀ ਹਮੇਸ਼ਾ ਉਹ ਮਿੱਤਰ ਸੀਗਾ, ਸਰਕਾਰ ਦਾ, ਗੋਰੀ ਸਰਕਾਰ ਦਾ, ਕਿਉਂਕਿ ਸਰਕਾਰ ਨੇ ਇਹਨੂੰ ਨੋਮੀਨੇਟ ਕੀਤਾ ਸੀਗਾ। ਤੇ ਉਹਨੇ ਸਭ ਨਾਲੋਂ ਪਹਿਲੀ ਵਾਰੀ ਸੈਪਰੇਟ ਇਲੈਕਟੋਰੇਟ ਦੀ ਉਹਨੇ ਮੰਗ ਰੱਖੀ ਸੀਗੀ ਅਛੂਤਾਂ ਦੇ ਲਈ। ਇਹ ਹੈਗੀ ਆ ਰਾਊਂਡ ਟੇਬਲ ਕਾਨਫਰੰਸ ਤੋਂ ਪਹਿਲਾਂ ਦੀਆਂ ਗੱਲਾਂ, ਵੀ ਉਹਨੇ ਮੰਗ ਰੱਖੀ ਸੀਗੀ ਤੇ ਗਾਂਧੀ ਨੇ ਉਹਦਾ ਵਿਰੋਧ ਬਹੁਤ ਕੀਤਾ ਸੀ, ਕਾਂਗਰਸ ਨੇ। ਤੇ ਬਾਅਦ ਦੇ ਵਿੱਚ ਜਦੋਂ ਕਹਿੰਦੇ ਰਾਊਂਡ ਟੇਬਲ ਕਾਨਫਰੰਸ ਹੋਈ ਆ ਤੇ ਉਹਨੂੰ ਨਾਮਜ਼ਦ ਨਹੀਂ ਕੀਤਾ ਗਿਆ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਜਾਣ ਦੇ ਲਈ। ਦੋ ਬੰਦਿਆਂ ਨੂੰ ਕੀਤਾ ਗਿਆ, ਇੱਕ ਮੈਨੂੰ ਕੀਤਾ ਗਿਆ, ਇੱਕ ਸ਼੍ਰੀ ਨਿਵਾਸਨ ਨੂੰ ਕੀਤਾ ਗਿਆ। ਉਸੇ ਦਿਨ ਤੋਂ ਉਹ ਗੋਰੀ ਸਰਕਾਰ ਦਾ ਵਿਰੋਧੀ ਹੋ ਗਿਆ, ਸਾਡਾ ਵਿਰੋਧੀ ਹੋ ਗਿਆ ਤੇ ਕਾਂਗਰਸ ਨਾਲ ਜਾ ਰਲਿਆ। ਪਰ ਉਹਨੂੰ ਪਤਾ ਉਦੋਂ ਲੱਗਾ ਜਦੋਂ ਚੋਣਾਂ ਹੁੰਦੀਆਂ ਆ ਤੇ 1937 ਦੀਆਂ ਚੋਣਾਂ ਤੋਂ ਬਾਅਦ ਜਦੋਂ ਮਦਰਾਸ ਦੀ ਜਿਹੜੀ ਕੈਬਨਿਟ ਮਿਨਿਸਟਰ ਜਦੋਂ ਉੱਥੇ ਬਣਦੇ ਆ ਤੇ ਉਹਦੇ ਵਿੱਚ ਉਹਨੂੰ ਬਾਹਰ ਰੱਖ ਦਿੱਤਾ ਜਾਂਦਾ, ਉਹਨੂੰ ਮਿਨਿਸਟਰ ਨਹੀਂ ਬਣਾਇਆ ਜਾਂਦਾ, ਕਿਉਂਕਿ ਕਾਂਗਰਸ ਦਾ ਰੂਲ ਸੀਗਾ ਜਾਂ ਅਛੂਤ ਕੋਈ ਕੈਬਨਿਟ ਦੇ ਵਿੱਚ ਨਹੀਂ ਹੋਣਾ ਚਾਹੀਦਾ। ਤੇ ਉਹਨੂੰ ਫਿਰ ਇਦਾਂ ਫੀਲ ਹੁੰਦਾ ਵੀ ਮੈਨੂੰ ਧੋਖਾ ਹੋਇਆ, ਜੋ ਮੈਂ ਕਾਂਗਰਸ ਦੇ ਨਾਲ ਕੀਤਾ ਮੈਂ ਬਹੁਤ ਵਧੀਆ ਕੀਤਾ, ਪਰ ਕਾਂਗਰਸ ਨੇ ਮੇਰੇ ਨਾਲ ਧੋਖਾ ਕੀਤਾ ਕਿਉਂਕਿ ਕਾਂਗਰਸ ਨੇ ਉਹਨੂੰ ਮਿਨਿਸਟਰ ਹੀ ਬਣਾਇਆ। ਸੋ ਬਾਬਾ ਸਾਹਿਬ ਉਹਦੇ ਬਾਰੇ ਥੋੜਾ ਜਿਹਾ ਇੱਥੇ ਦੱਸਦੇ ਆ ਬਈ ਉਹਦੇ ਨਾਲ ਕੀ ਹੋਇਆ। ਫਿਰ ਦੁਬਾਰਾ ਫਿਰ ਉੱਥੇ ਹੀ ਆਉਂਦੇ ਆ। ਬਾਬਾ ਸਾਹਿਬ ਕਹਿੰਦੇ ਵੀ ਗਾਂਧੀ ਨੂੰ ਇਸ ਗੱਲ ਦੀ ਪਰਵਾਹ ਨਹੀਂ ਸੀਗੀ ਕਿ ਉਹਦੀ ਆਪੋਜੀਸ਼ਨ ਕੌਣ ਕਰ ਰਿਹਾ ਆ, ਉਹਦੀ ਆਪੋਜੀਸ਼ਨ ਜਿਹੜੀ ਆ ਉਹਦਾ ਵਿਰੋਧ ਕੌਣ ਕਰ ਰਿਹਾ ਆ, ਉਹ ਹਿੰਦੂ ਕਰ ਰਿਹਾ ਆ ਜਾਂ ਕੱਟੜਪੰਥੀ ਹਿੰਦੂ ਕਰ ਰਿਹਾ ਜਾਂ ਅਛੂਤ ਕਰ ਰਹੇ ਹੈਗੇ ਆ। ਤੇ ਕਹਿੰਦੇ ਫਿਰ ਇਸ ਮੂਵਮੈਂਟ ਨੂੰ ਕੀ ਹੋਇਆ ਇਸ ਮੂਵਮੈਂਟ ਨੂੰ ਇਹ ਜਿਹੜੇ ਇਹਨਾਂ ਨੇ ਚਲਾਈ ਸੀਗੀ ਮੰਦਿਰ ਐਂਟਰੀ ਦੀ, ਉਹ ਕਹਿੰਦੇ ਕੁਝ ਦੇਰ ਬਾਅਦ ਹੱਲਾ ਗੁੱਲਾ ਜਿਹਾ ਵਜਿਆ ਭਾਰਤ ਦੇ ਵਿੱਚ, ਦੁਬਾਰਾ ਫਿਰ ਉੱਥੇ ਹੀ ਚਲਾ ਗਿਆ। ਹੌਲੀ ਹੌਲੀ ਜਿਹੜਾ ਗਾਂਧੀ ਨੇ ਆਪਣੇ ਨਿਊਜ਼ ਦੇ ਵਿੱਚ, ਹਰੀਜਨ ਦੇ ਵਿੱਚ ਦਿੰਦਾ ਹੁੰਦਾ ਸੀਗਾ ਗਾਂਧੀ
ਵੀਕ ਟੂ ਵੀਕ ਜਿਹੜੇ ਦਿੰਦਾ ਹੁੰਦਾ ਸੀ, ਇੰਨੇ ਸਕੂਲ ਓਪਨ ਕਰ ਦਿੱਤੇ ਜੀ, ਇੰਨੇ ਮੰਦਿਰ ਖੋਲ ਦਿੱਤੇ ਜੀ, ਉਹ ਹੌਲੀ ਹੌਲੀ ਉਹ ਵੀ ਸਾਰਾ ਜਿਹੜਾ ਆ ਬੰਦ ਹੋ ਗਿਆ। ਤੇ ਫਿਰ ਬਾਅਦ ਵਿੱਚ ਕਹਿੰਦੇ ਵੀ ਜਿਹੜਾ ਵੀਕ ਟੂ ਵੀਕ ਵਾਲਾ ਪ੍ਰੋਪੇਗੈਂਡਾ ਸੀ ਉਹ ਫੇਕ ਸੀਗਾ, ਤੇ ਉਹ ਕਾਂਗਰਸ ਦੇ ਜਿਹੜੇ ਬੰਦੇ ਸੀ ਉਹਨਾਂ ਵੱਲੋਂ ਇੰਜੀਨੀਅਰ ਕੀਤਾ ਸੀਗਾ। ਤੇ ਬਹੁਤ ਸਾਰੇ ਜਿਹੜੇ ਮੰਦਿਰ ਇਹਨਾਂ ਨੇ ਕਹੇ ਗਏ ਸੀ ਓਪਨ ਵੀ ਕੀਤੇ ਸੀ, ਉਹ ਸਾਰੇ ਰਨ ਡਾਊਨ ਸੀਗੇ, ਟੁੱਟੇ ਹੋਏ ਸੀਗੇ, ਤੇ ਉਹਨਾਂ ਦੇ ਵਿੱਚ ਕੋਈ ਜਾਂਦਾ ਨਹੀਂ ਸੀਗਾ, ਸਿਰਫ ਕੁੱਤੇ ਤੇ ਗਧੇ ਉਹਦੇ ਵਿੱਚ ਹੁੰਦੇ ਸੀਗੇ ਜਿਹੜੇ ਇਹਨਾਂ ਨੇ ਓਪਨ ਕੀਤੇ ਸੀਗੇ। ਤੇ ਬਾਅਦ ਦੇ ਵਿੱਚ ਕਹਿੰਦੇ ਵੀ ਜਿਹੜਾ ਇੱਕ ਸੱਤਿਆਗ੍ਰਹਿ, ਜਿਹੜੇ ਮੈਂ ਪਹਿਲਾਂ ਗੱਲ ਕੀਤੀ ਸੀ, ਗੁਰੂ ਵਿਹਾਰ ਟੈਂਪਲ ਜਿਹੜਾ ਸੀਗਾ ਉਹਦਾ ਸੱਤਿਆਗ੍ਰਹਿ ਨੂੰ ਲੈ ਕੇ ਬਾਬਾ ਸਾਹਿਬ ਕਹਿੰਦੇ ਵੀ ਉਹਦੇ ਲਈ ਵੀ ਸੇਮ ਕੁਛ ਹੀ ਹੋਇਆ। ਤੇ ਉਹਨੂੰ ਹੁਣ ਥੋੜਾ ਜਿਹਾ ਡਿਟੇਲ 'ਚ ਬਾਬਾ ਸਾਹਿਬ ਪੜ੍ਹਦੇ ਵੀ ਗਾਂਧੀ ਨੇ ਕੀ ਕੀਤਾ। ਕਹਿੰਦੇ ਵੀ ਉੱਥੇ ਗੁਰੂ ਵਿਹਾਰ ਇੱਕ ਸੱਤਿਆਗ੍ਰਹਿ ਹੋਇਆ ਸੀਗਾ, ਉਹ ਕਿੱਥੇ ਸੀਗਾ, ਕਹਿੰਦੇ ਕ੍ਰਿਸ਼ਨ ਦਾ ਮੰਦਿਰ ਸੀਗਾ, ਤੇ ਕਿੱਥੇ ਸੀਗਾ, ਉਹ ਪੁਨਾਨੀ ਤੁਲਕ ਮਾਲਾਬਾਰ ਦੇ ਵਿੱਚ ਸੀਗਾ। ਤੇ ਉੱਥੇ ਦਾ ਇੱਕ ਟਰਸਟੀ ਸੀਗਾ, ਉਹਦਾ ਨਾਮ ਸੀਗਾ ਜੈਮੋਰਿਨ, ਤੇ ਉਹ ਟਰਸਟੀ ਸੀ ਮੰਦਿਰ ਦਾ। ਤੇ ਇੱਕ ਕੈਲਾਪਨ ਸੀਗਾ ਹਿੰਦੂ, ਉਹ ਬਹੁਤ ਸਪੋਰਟਰ ਸੀ ਅਛੂਤਾਂ ਦਾ, ਉਹ ਕਹਿੰਦਾ ਵੀ ਅਛੂਤਾਂ ਨੂੰ ਮੰਦਿਰ ਦੇ ਵਿੱਚ ਪ੍ਰਵੇਸ਼ ਚਾਹੀਦਾ ਆ, ਪਰ ਇਸ ਦੇ ਲਈ ਅਸੀਂ ਉਹਨਾਂ ਨੂੰ ਚਾਹੁੰਦੇ ਆ ਵੀ ਮੰਦਿਰ ਵਿੱਚ ਉਹਨਾਂ ਨੂੰ ਪ੍ਰਵੇਸ਼ ਕੀਤਾ ਜਾਵੇ ਅਛੂਤਾਂ ਦਾ। ਤੇ ਜਿਹੜਾ ਟਰਸਟੀ ਸੀਗਾ ਜੈਮੋਰਿਨ ਸੀਗਾ, ਉਹਨੇ ਇਸ ਗੱਲ ਦਾ ਵਿਰੋਧ ਕੀਤਾ। ਉਹ ਕਹਿੰਦਾ ਵੀ ਅਛੂਤ ਜਿਹੜੇ ਆ ਮੰਦਿਰ ਦੇ ਵਿੱਚ ਨਹੀਂ ਆ ਸਕਦੇ, ਕਿਉਂਕਿ ਸੈਕਸ਼ਨ 40 ਹਿੰਦੂ ਰਿਲੀਜੀਅਸ ਐਂਡੋਮੈਂਟ ਐਕਟ ਦੇ ਤਹਿਤ ਇਹ ਗੱਲ ਤੈਅ ਪਾਈ ਆ ਕਿ ਜਿਹੜਾ ਮੰਦਿਰ ਦਾ ਕੋਈ ਵੀ ਪੁਜਾਰੀ ਆ ਜਾਂ ਟਰਸਟੀ ਆ, ਉਹ ਧਾਰਮਿਕ ਜਿਹੜੀਆਂ ਰੀਤੀ ਰਿਵਾਜ ਹੈਗੇ ਆ ਉਹਨੂੰ ਚੇਂਜ ਨਹੀਂ ਕਰ ਸਕਦਾ। ਬਾਅਦ ਦੇ ਵਿੱਚ 20 ਸਤੰਬਰ 1932 ਨੂੰ ਜਿਹੜਾ ਕੈਲਾਪਨ ਹੈਗਾ ਆ, ਉਹ ਆਪਣਾ ਮਰਨ ਵਰਤ ਰੱਖ ਲੈਂਦਾ ਆ ਮੰਦਿਰ ਦੇ ਮੂਹਰੇ, ਤੇ ਉਹਨੂੰ ਫੋਰਸ ਕਰਦਾ ਵੀ ਮੰਦਿਰਾਂ ਨੂੰ ਅਛੂਤਾਂ ਨੂੰ ਮੰਦਿਰ ਦੇ ਵਿੱਚ ਪ੍ਰਵੇਸ਼ ਦਿੱਤਾ ਜਾਵੇ। ਤੇ ਬਾਅਦ ਦੇ ਵਿੱਚ ਜਿਹੜਾ ਜਮੋਰਿਨ ਸੀਗਾ, ਜਿਹੜਾ ਟਰਸਟੀ ਸੀਗਾ, ਉਹ ਗਾਂਧੀ ਨੂੰ ਚਿੱਠੀ ਲਿਖਦਾ ਆ, ਉਹ ਕਹਿੰਦਾ ਵੀ ਇਹ ਤਾਂ ਕੰਮ ਖਰਾਬ ਆ, ਇਹਨੂੰ ਕਹੋ ਵੀ ਆਪਣਾ ਮਰਨ ਵਰਤ ਜਿਹੜਾ ਆ ਤੋੜ ਲਵੇ। ਉਸ ਤੋਂ ਬਾਅਦ 10 ਦਿਨਾਂ ਬਾਅਦ ਜਿਹੜਾ ਕੈਲਾਪਨ ਹੁੰਦਾ ਆ, ਗਾਂਧੀ ਦੇ ਨਾਲ ਸਲਾਹ ਮਸ਼ਵਰਾ ਕਰਕੇ ਜਾਂ ਗਾਂਧੀ ਦੇ ਉੱਤੇ ਕਹਿਣ ਦੇ ਉੱਤੇ 1 ਅਕਤੂਬਰ 1932 ਨੂੰ 3 ਮਹੀਨਿਆਂ ਦੇ ਲਈ ਜਿਹੜਾ ਮਰਨ ਵਰਤ ਜਿਹੜਾ ਆ ਤੋੜ ਦਿੰਦਾ ਆ। ਪਰ ਇੰਨੇ ਸਮੇਂ ਦੇ ਵਿੱਚ ਹੁੰਦਾ ਕੁਝ ਨਹੀਂ, ਜਿਹੜਾ ਟਰਸਟੀ ਹੁੰਦਾ ਆ ਜੈਮੋਰਿਨ, ਉਹ ਕੁਝ ਵੀ ਨਹੀਂ ਕਰਦਾ, ਤੇ ਗਾਂਧੀ ਉਹਨੂੰ ਤਾਰ ਪਾਉਂਦਾ ਆ ਵੀ ਤੈਨੂੰ ਜਿਹੜੇ ਅਛੂਤਾਂ ਦੇ ਲਈ ਜਿਹੜੇ ਮੰਦਿਰ ਪ੍ਰਵੇਸ਼ ਆ ਉਹਦੇ ਲਈ ਕੁਝ ਨਾ ਕੁਝ ਤਾਂ ਕਰਨਾ ਚਾਹੀਦਾ ਆ। ਪਰ ਜਿਹੜਾ ਜਮੋਰਿਨ ਆ ਉਹ ਆਪਣਾ ਬਿਆਨ ਦਿੰਦਾ ਆ ਵੀ ਮੈਂ ਕੁਝ ਨਹੀਂ ਕਰ ਸਕਦਾ, ਇਹ ਮੇਰੇ ਹੱਥ ਵਸ ਨਹੀਂ ਹੈਗਾ, ਮੰਦਿਰਾਂ ਦੇ ਟਰਸਟੀਆਂ ਦੇ ਉੱਤੇ ਤੁਸੀਂ ਸਾਰੀ ਗੱਲ ਨਾ ਸਿੱਟੋ। ਤੇ ਉਸ ਤੋਂ ਬਾਅਦ ਕੀ ਹੁੰਦਾ ਆ, ਗਾਂਧੀ ਆਪਣਾ ਬਿਆਨ ਦਿੰਦਾ ਆ 5 ਨਵੰਬਰ 1932 ਨੂੰ। ਗਾਂਧੀ ਕਹਿੰਦਾ ਆ ਵੀ ਜਿਹੜਾ ਕੈਲਾਪਨ ਹੈਗਾ ਆ, ਉਹਨੇ 3 ਮਹੀਨੇ ਦੇ ਲਈ ਮੇਰੇ ਕਹਿਣ ਦੇ ਉੱਤੇ ਜਿਹੜਾ ਫਾਸਟ ਆ, ਜਿਹੜਾ ਮਰਨ ਵਰਤ ਆ, ਉਹਨੂੰ ਅੱਗੇ ਪੋਸਟਪੋਨ ਕੀਤਾ ਸੀਗਾ, ਤੇ ਜੇ ਤੁਸੀਂ ਨਾ ਮੰਨੇ ਮੈਂ ਵੀ ਉਹਦੇ ਨਾਲ ਮਰਨ ਵਰਤੇ ਬਹਿ ਜਾਣਾ। ਜੇ ਤੁਸੀਂ ਅਛੂਤਾਂ ਨੂੰ ਮੰਦਿਰ ਪ੍ਰਵੇਸ਼ ਨਾ ਦਿੱਤਾ ਤੇ ਮੈਂ ਵੀ ਉਹਦੇ ਨਾਲ ਬਹਿ ਜਾਣਾ। ਉਸ ਤੋਂ ਬਾਅਦ ਜਿਹੜਾ ਜਮੋਰਿਨ ਸੀਗਾ, ਉਹਨੇ ਮਤਲਬ ਕਿ ਰਿਫਿਊਜ਼ ਕਰ ਦਿੱਤਾ ਦੁਬਾਰਾ ਵੀ ਨਹੀਂ, ਮੈਂ ਨਹੀਂ ਮੰਨਦਾ ਤੁਹਾਡੀ ਗੱਲ, ਤੁਸੀਂ ਬਹਿਣਾ ਬਹਿ ਜਾਓ। ਹੁਣ ਗਾਂਧੀ ਨੂੰ ਹੱਥਾਂ ਪੈਰਾਂ ਦੀ ਪੈ ਗਈ, ਹੁਣ ਗਾਂਧੀ ਨੂੰ ਮਰਨ ਵਰਤੇ ਬਹਿਣਾ ਪੈਣਾ ਸੀਗਾ, ਪਰ ਹੁਣ ਗਾਂਧੀ ਕਿੱਦਾਂ ਮਰਨ ਵਰਤੇ ਬੈਠਦਾ। ਫਿਰ ਗਾਂਧੀ ਇੱਕ ਹੋਰ ਬਿਆਨ ਦਿੰਦਾ, ਗਾਂਧੀ ਕਹਿੰਦਾ ਵੀ ਗਾਂਧੀ ਫਿਰ ਇੱਕ ਹੋਰ ਸਕੀਮ ਲਾਉਂਦਾ। ਅੱਛਾ, ਉਹ ਮਨਾ ਕਰ ਦਿੰਦੇ ਪਰ ਗਾਂਧੀ ਮਰਨ ਵਰਤੇ ਨਹੀਂ ਬੈਠਦੇ। ਉਸ ਤੋਂ ਬਾਅਦ ਫਿਰ ਗਾਂਧੀ ਇੱਕ ਹੋਰ ਪਲਾਨ ਲਿਆਉਂਦਾ। ਗਾਂਧੀ ਕਹਿੰਦੇ ਵੀ ਮੰਦਿਰ ਪ੍ਰਵੇਸ਼ ਦੇ ਲਈ ਨਾ ਇਹ ਰੈਫਰੈਂਡਮ ਹੋਣਾ ਚਾਹੀਦਾ, ਬਈ ਵੋਟਾਂ ਪਾਓ ਤੇ ਤੁਸੀਂ ਇਸ ਮੰਦਿਰ ਦੇ ਜਿਹੜੀਆਂ ਪ੍ਰੋਕਸੀਮਿਟੀ ਹੈਗੀ ਆ ਇਹਦੇ ਨਾਲ ਦਾ ਜਿਹੜਾ ਜਿੰਨਾ ਵੀ ਏਰੀਆ ਹੈਗਾ ਆ ਜਿੱਥੇ ਲੋਕ ਰਹਿੰਦੇ ਆ, ਉਹਨਾਂ ਤੋਂ ਵੋਟਾਂ ਪਵਾ ਲਓ। ਤੇ ਜੇ ਵੋਟਾਂ 'ਚ ਲੋਕੀ ਮਨਾ ਕਰਦੇ ਆ ਵੀ ਕਹਿੰਦੇ ਵੀ ਨਹੀਂ ਜੀ ਪ੍ਰਵੇਸ਼ ਨਹੀਂ ਹੋਣਾ ਚਾਹੀਦਾ, ਤੇ ਉਹ ਜਿੱਤ ਜਾਂਦੇ ਆ ਨਾ ਪ੍ਰਵੇਸ਼ ਕਰਨ ਵਾਲੇ, ਬਈ ਫਿਰ ਮੈਂ ਮਰਨ ਵਰਤੇ ਬੈਠੂਗਾ। ਅੱਛਾ, ਉਹ ਇਲੈਕਸ਼ਨ ਹੋ ਜਾਂਦੀ ਆ, ਉੱਥੇ ਇਲੈਕਸ਼ਨ ਹੁੰਦੀ ਆ, ਤੇ ਇਹਦੇ ਵਿੱਚ ਬਾਬਾ ਸਾਹਿਬ ਦੱਸਦੇ ਆ ਕਿ 73% ਜਿਹੜੀ ਆ ਵੋਟ ਹੁੰਦੀ ਆ, ਤੇ ਰਿਜ਼ਲਟ ਆਉਂਦਾ ਹੈਗਾ ਆ ਵੀ 56% ਇਨ ਫੇਵਰ 'ਚ ਆ ਜਾਂਦੇ ਆ, 9% ਅਗੇਂਸਟ ਹੁੰਦੇ ਆ, 8% ਨਿਊਟਰਲ ਰਹਿੰਦੇ ਆ, 27% ਆਪਣੀ ਵੋਟ ਕਾਊਂਟ ਨਹੀਂ ਕਰਾਉਂਦੇ ਵਿੱਚ ਉਹਦੇ। ਤੇ ਬਾਬਾ ਸਾਹਿਬ ਇੱਥੇ ਕਹਿੰਦੇ ਆ ਵੀ ਇਹ ਜਿਹੜੀ ਹੈਗੀ ਆ ਰੈਫਰੈਂਡਮ ਦੇ ਹਿਸਾਬ ਦੇ ਨਾਲ ਗਾਂਧੀ ਨੂੰ ਫਾਸਟ ਤੇ ਬਹਿਣਾ ਚਾਹੀਦਾ, ਪਰ ਗਾਂਧੀ ਫਾਸਟ ਦੇ ਉੱਤੇ ਫੇਰ ਨਹੀਂ ਬੈਠਾ। ਗਾਂਧੀ ਨੇ 29 ਦਸੰਬਰ 1932 ਨੂੰ ਇੱਕ ਹੋਰ ਬਿਆਨ ਦਿੱਤਾ ਬਈ ਅਸੀਂ ਵੇਟ ਕਰਦੇ ਆ ਜਿਹੜੀ ਵਾਇਸਰਾਏ ਦੇ ਡਿਸੀਜਨ ਦੀ, ਕਿ ਜਿਹੜਾ ਸੁਬਾਰੋਇਨ ਪਰਮਿਸਿਵ ਬਿੱਲ ਹੈਗਾ ਆ ਟੈਂਪਲ ਐਂਟਰੀ ਦੇ ਲਈ, ਉਹਨੂੰ ਵਾਇਸਰਾਏ ਜਿਹੜਾ ਹੈਗਾ ਆ ਉਹਨੇ ਆਪਣਾ ਹਜੇ ਡਿਸੀਜਨ ਨਹੀਂ ਦੇ ਸਕਦਾ। 15 ਜਨਵਰੀ ਤੱਕ ਤੋਂ ਪਹਿਲਾਂ ਉਹ ਡਿਸੀਜਨ ਨਹੀਂ ਦੇ ਸਕਦਾ। ਇਸ ਕਰਕੇ ਜਿਹੜਾ ਮੈਂ ਆਪਣਾ ਫਾਸਟ ਹੈਗਾ ਆ, ਜਿਹੜਾ ਸੈਕਿੰਡ ਦੇ ਨਵੇਂ ਸਾਲ ਦੇ ਦੂਸਰੇ ਦਿਨ ਰੱਖਿਆ ਜਾਣਾ ਸੀ, ਉਹਨੂੰ ਮੁਅੱਤਲ ਕੀਤਾ ਜਾਂਦਾ ਆ ਅਣਮਿੱਥੇ ਸਮੇਂ ਦੇ ਲਈ। ਤੇ ਨਾਲ ਜਿਹੜਾ ਮਿਸਟਰ ਕੈਲਾਪਨ ਸੀਗਾ, ਮੇਰੇ ਨਾਲ ਵਰਤ ਰੱਖਣਾ ਸੀ, ਜਿਹਦੇ ਨਾਲ ਰੱਖਣਾ ਸੀ ਵਰਤ, ਉਹਦਾ ਵੀ ਪੋਸਟਪੋਨ ਕੀਤਾ ਜਾਂਦਾ ਆ। ਫਿਰ ਕਹਿੰਦੇ ਵੀ ਵਾਇਸਰਾਏ ਜਿਹੜਾ ਪਰਮਿਸ਼ਨ ਨਹੀਂ ਦਿੰਦਾ,
ਫਿਰ ਗਾਂਧੀ ਜਿਹੜਾ ਆ ਫੇਰ ਨਹੀਂ ਫਾਸਤੇ ਪੈਂਦਾ, ਠੀਕ ਹੈ। ਮਤਲਬ ਉਹ ਕਈ ਵਾਰ-ਵਾਰ ਕਹਿ ਰਿਹਾ, ਪਰ ਗਾਂਧੀ ਹਮੇਸ਼ਾ ਹੀ ਮੁੱਕਰ ਜਾਂਦਾ, ਕਹਿ ਵੀ ਦਿੰਦਾ ਮੈਂ ਫਾਸਟ ਰੱਖਣਾ ਆ, ਫਿਰ ਕੋਈ ਨਵੀਂ ਚੀਜ਼ ਰੱਖ ਦਿੰਦਾ ਮੂਹਰੇ। ਫਿਰ ਇਦਾਂ ਹੀ ਬਾਬਾ ਸਾਹਿਬ ਅੱਗੇ ਦੱਸਦੇ ਹੈਗੇ ਆ ਕਿ ਵੀ ਹੁਣ ਉਹ ਬਿੱਲ ਦੀ ਮੈਂ ਗੱਲ ਦੱਸਦਾ ਵੀ ਬਿੱਲ ਤੇ ਕੀ ਹੋਇਆ, ਇਹਦੇ ਥੋੜੀ ਜਿਹੀ ਚਰਚਾ ਹੋਰ 5-7 ਮਿੰਟ ਲੱਗਣਗੇ। ਕਹਿੰਦੇ ਉਹ ਜਿਹੜਾ ਬਿੱਲ ਸੀਗਾ, ਹੋਇਆ ਕੀ ਆ, ਕਹਿੰਦੇ ਕਿ ਇੱਕ ਬਿੱਲ, ਬਹੁਤ ਸਾਰੇ ਬਿੱਲ ਜਿਹੜੇ ਸੀ ਉਸ ਵੇਲੇ ਪਾਸ ਕੀਤੇ ਗਏ ਸੀਗੇ ਤੇ ਸਾਰੇ ਆਲਮੋਸਟ ਡ੍ਰੌਪ ਕਰ ਦਿੱਤੇ ਗਏ ਸੀਗੇ ਸੈਂਟਰ ਲੈਜਿਸਲੇਟਰ ਦੇ ਵਿੱਚ, ਲੋਕ ਸਭਾ ਦੇ ਵਿੱਚ। ਉਹਦੇ ਵਿੱਚ ਇੱਕ ਬਿੱਲ ਰੱਖਿਆ ਗਿਆ ਸੀ, ਉਹਦਾ ਨਾਮ ਸੀ ਰੰਗਾ ਅਈਅਰ, ਤੇ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇਹਦੇ ਵਿੱਚ ਥੋੜੀਆਂ ਪ੍ਰੋਬਲਮਸ ਹੈਗੀਆਂ ਆ। ਕਿੱਦਾਂ? ਇਹ ਕਿਹਾ ਗਿਆ ਸੀ ਗਵਰਨਮੈਂਟ ਆਫ ਇੰਡੀਆ ਐਕਟ ਦੇ ਤਹਿਤ ਇਹ ਮੰਨਿਆ ਜਾਂਦਾ ਹੈਗਾ ਆ ਕਿ ਕੋਈ ਵੀ ਜਿਹੜਾ ਵਿਧਾਇਕ ਆ ਉਹ ਅਸੈਂਬਲੀ ਦੇ ਵਿੱਚ ਬਿੱਲ ਨਹੀਂ ਲਿਆ ਸਕਦਾ ਜਦ ਤੱਕ ਗਵਰਨਰ ਜਨਰਲ ਦੇ ਕੋਲੋਂ ਪਾਸ ਨਾ ਹੋਇਆ ਹੋਵੇ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਬਿੱਲ ਹੈਗਾ ਆ, ਕਹਿੰਦੇ ਜੀ ਗਵਰਨਰ ਜਨਰਲ ਨੂੰ ਭੇਜ ਦਿੱਤਾ ਗਿਆ ਸੈਂਕਸ਼ਨ ਕਰਨ ਦੇ ਲਈ, ਤੇ ਉਹਨੇ ਇਹਨੂੰ ਰਿਫਿਊਜ਼ ਕਰ ਦਿੱਤਾ ਸੈਂਕਸ਼ਨ ਕਰਨ ਦੇ ਲਈ। ਇਹ ਇਦਾਂ ਦੀਆਂ, ਕਹਿੰਦੇ ਵੀ ਇਦਾਂ ਦੀਆਂ ਉਸ ਵੇਲੇ ਅਫਵਾਹਾਂ ਵੀ ਫਲਾਈਆਂ ਗਈਆਂ। ਗਾਂਧੀ ਬੜਾ ਖੁਸ਼ ਸੀ ਇਸ ਅਫਵਾਹ ਦੇ ਉੱਤੋਂ। ਪਰ ਗਵਰਨਮੈਂਟ ਜਿਹੜਾ ਹੈਗਾ ਆ, ਉਹਨੇ ਇੱਕ ਡਿਸੀਜਨ ਸੁਣਾਇਆ 23 ਜਨਵਰੀ 1933 ਨੂੰ। ਜਿਹੜਾ ਲਾਰਡ ਵਲਿੰਗਟਨ ਸੀਗਾ, ਉਹਨੇ ਜਿਹੜਾ ਸੁਬਰਾਨ ਟੈਂਪਲ ਐਂਟਰੀ ਬਿੱਲ ਸੀ, ਉਹ ਮਦਰਾਸ ਕੌਂਸਲ ਦੇ ਵਿੱਚ ਉਹਨੂੰ ਰਿਫਿਊਜ਼ ਕਰ ਦਿੱਤਾ ਸੀਗਾ। ਤੇ ਜਿਹੜਾ ਰੰਗਾ ਅਈਅਰ ਦਾ ਬਿੱਲ ਸੀਗਾ, ਅਨਟੱਚੇਬਿਲਿਟੀ ਅਬੋਲਿਸ਼ ਬਿੱਲ, ਉਹ ਪਾਸ ਕਰ ਦਿੱਤਾ ਸੀਗਾ, ਉਹ ਪਾਸ ਹੋ ਗਿਆ ਸੀਗਾ, ਪਰ ਲਾਗੂ ਨਹੀਂ ਹੋਇਆ ਸੀ ਕੋਈ ਵੀ। ਉਹ ਫਿਰ ਅੱਗੇ ਜਾ ਕੇ ਆਪਾਂ ਨੂੰ ਪਤਾ ਲੱਗਣਾ ਹੋਇਆ ਕੀ ਆ। ਪਰ ਗਾਂਧੀ ਜਿਹੜਾ ਆ ਜਿੱਦਾਂ ਵਿੱਚ ਆ ਕੇ ਆਪਣੇ ਬਿਆਨਬਾਜ਼ੀ ਜੀ ਕਰਨਾ, ਜੀ ਮੇਰੀ ਰੱਬ ਨਾਲ ਗੱਲ ਚੱਲ ਰਹੀ ਹੈ ਜੀ, ਇਹ ਬਿੱਲ ਪਾਸ ਹੋਣੇ ਚਾਹੀਦੇ ਆ ਜੀ, ਮੈਂ ਬਹੁਤ ਟਰਾਈ ਕਰ ਰਿਹਾ ਆ ਜੀ, ਹਨਾ, ਆਈ ਐਮ ਟ੍ਰੇਸਿੰਗ ਦਾ ਹੈਂਡ ਆਫ ਦਾ ਗੋਡ, ਇਦਾਂ ਦੀਆਂ ਗੱਲਾਂ ਬਾਤਾਂ ਵਿੱਚ ਆ ਕੇ ਕਰਦਾ ਆ ਵੀ ਮੇਰੀ ਜਿੱਦਾਂ ਸਿੱਧੀ ਗੱਲਬਾਤ ਆ, ਛੂਤਾਂ ਦੇ ਭਲਾਈ ਦੀ ਲਈ ਮੈਂ ਚਾਹੁੰਦਾ ਵੀ ਇਹ ਪਾਸ ਹੋਵੇ, ਜਿਹੜਾ ਛੂਤਾਂ ਦੇ ਉੱਤੇ ਦਾਗ ਲੱਗੇ ਉਹ ਧੋਤੇ ਜਾਣ, ਇਦਾਂ ਦੀਆਂ ਗੱਲਾਂ ਬਾਤਾਂ ਕਰਦਾ ਆ। ਤੇ ਫਿਰ ਇਦਾਂ ਹੀ ਕਹਿੰਦੇ ਵੀ ਜਿਹੜੀ ਅਨਟੱਚੇਬਿਲਿਟੀ ਅਬੋਲਿਸ਼ ਬਿੱਲ ਆ, ਉਹ ਇੰਟਰੋਡਿਊਸ ਕੀਤਾ ਗਿਆ ਸੀ 24 ਮਾਰਚ 1933 ਨੂੰ। ਤੇ ਉਸ ਤੋਂ ਬਾਅਦ ਟੈਂਪਲ ਐਂਟਰੀ ਬਿੱਲ ਜਿਹੜਾ ਆ ਉਹ ਮੂਵ ਕਰ ਦਿੱਤਾ ਗਿਆ, ਜਿਹੜਾ ਰੰਗਾ ਅਈਅਰ ਨੇ ਮੂਵ ਕੀਤਾ ਉਹ ਟੈਂਪਲ ਐਂਟਰੀ ਬਿੱਲ ਪਬਲਿਕ ਓਪੀਨੀਅਨ ਦੇ ਲਈ 30 ਜੁਲਾਈ ਨੂੰ। ਤੇ ਜਿਹੜਾ ਰਾਜਾ ਬਹਾਦਰ ਕ੍ਰਿਸ਼ਨਾਮਚਾਰੀ ਨੇ ਉਸ ਬਿੱਲ ਨੂੰ ਅਪੋਜ਼ ਕੀਤਾ, ਤੇ ਫਿਰ ਅਗਲੀ ਉਹਨੂੰ ਐਡਜਰਨ ਕੀਤਾ ਮੀਟਿੰਗ ਨੂੰ। ਉਸ ਤੋਂ ਬਾਅਦ ਦੁਬਾਰਾ ਸੈਸ਼ਨ ਲੱਗਾ 24 ਅਗਸਤ 1933 ਨੂੰ। ਸੋ ਇਹਦਾ ਬਿੱਲ ਜਿਹੜੀ ਕਿ ਇੱਕ ਬਿੱਲ ਵਿੱਚੋਂ ਪਾਸ ਹੋ ਗਿਆ, ਬਾਕੀ ਰਿਜੈਕਟ ਹੋ ਗਿਆ। ਉਹ ਮੈਂ ਥੱਲੇ ਅੱਗੇ ਜਾ ਕੇ ਦੱਸਦਾ ਕੀ ਹੋਇਆ ਉਸ ਤੋਂ ਬਾਅਦ। ਗਾਂਧੀ ਦੀ ਇਹ ਆਪਾਂ ਇਹਨੂੰ ਅਪਮਾਨਜਨਕ ਹਾਰ ਕਿੱਦਾਂ ਕਹਿ ਸਕਦੇ ਹਾਂ। ਕਹਿੰਦੇ ਇੱਕ ਸਮਾਂ ਸੀਗਾ ਜਦੋਂ ਗਾਂਧੀ ਨੇ ਇਹ ਗੱਲ ਕਹੀ ਸੀਗੀ ਕਿ 4 ਨਵੰਬਰ 1932 ਨੂੰ ਪੂਨਾ ਪੈਕਟ ਤੋਂ ਬਾਅਦ ਗਾਂਧੀ ਨੇ ਇੱਕ ਗੱਲ ਕਹੀ ਸੀਗੀ। ਕਹਿੰਦੇ ਵੀ ਬਈ ਅਛੂਤਾਪਨ ਜਿਹੜੇ ਆ ਨਾ, ਉਹਨਾਂ ਨੂੰ ਜਿਹੜਾ ਅਛੂਤ ਹੈਗੇ ਆ, ਉਹਨਾਂ ਦੀਆਂ ਜਿਹੜੀਆਂ ਜੰਜੀਰਾਂ ਆ ਉਹ ਤੋੜ ਦਿੱਤੀਆਂ ਜਾਣ। ਉਹਨਾਂ ਨੂੰ ਰੱਬ ਦੀ ਭਗਤੀ ਕਰਨ ਦੇ ਲਈ ਮੰਦਿਰਾਂ ਦੇ ਵਿੱਚ ਜਾਣਾ ਚਾਹੀਦਾ ਆ। ਤੇ ਅਸੀਂ ਇਹ ਵਾਅਦਾ ਕਰਦੇ ਆ ਵੀ ਜਿਹੜਾ ਪੂਨਾ ਪੈਕਟ ਦੇ ਤਹਿਤ ਜੋ ਕਰਾਰ ਹੋਏ ਆ, ਜੋ ਕਾਸਟ ਹਿੰਦੂਆਂ ਨੇ ਕਰਾਰ ਕੀਤੇ ਆ, ਉਹ ਪੂਰੇ ਕੀਤੇ ਜਾਣਗੇ। ਜੇ ਅਸੀਂ ਨਹੀਂ ਕਰਦੇ ਤੇ ਮੈਂ ਰੱਬ ਨੂੰ ਤੇ ਇਨਸਾਨਾਂ ਨੂੰ ਕਿੱਦਾਂ ਆਪਣਾ ਮੂੰਹ ਦਿਖਾਵਾਂਗਾ। ਕਹਿੰਦੇ ਮੈਂ ਜਿਹੜੇ ਅਛੂਤਾਂ ਦੇ ਹਮਦਰਦ ਆ, ਜਿੱਦਾਂ ਕਿ ਡਾਕਟਰ BR ਅੰਬੇਡਕਰ, ਰਾਓ ਬਹਾਦਰ, MC ਰਾਜਾ ਤੇ ਹੋਰ ਬੰਦੇ, ਬਈ ਸਾਡੇ ਤੇ ਯਕੀਨ ਰੱਖੋ। ਅਸੀਂ ਜਿਹੜੀਆਂ ਕੰਡੀਸ਼ਨਾਂ ਪੈਕਟ ਦੇ ਵਿੱਚ ਤੁਹਾਨੂੰ ਦਿੱਤੀਆਂ ਆ, ਉਹਦੇ ਉੱਤੇ ਅਸੀਂ ਪੂਰਾ ਖਰਾ ਉਤਰਾਂਗੇ। ਤੇ ਕਹਿੰਦੇ ਵੀ ਜੇ ਕਾਸਟ ਹਿੰਦੂ ਜਿਹੜੇ ਹੈਗੇ ਆ ਉਹ ਇਸ ਚੀਜ਼ ਤੇ ਖਰਾ ਨਹੀਂ ਉਤਰਦੇ ਤੇ ਇੱਕ ਹਿੰਦੂਇਜ਼ਮ ਸਿਰਫ ਇੱਕ ਧੋਖਾ ਹੋਊਗਾ। ਤੇ ਦੂਸਰੀ ਗੱਲ ਹੈਗੀ ਆ ਵੀ ਮੇਰਾ ਵੀ ਜ਼ਿੰਦਗੀ ਦੇ ਵਿੱਚ ਜਿਉਣ ਦਾ ਕੋਈ ਮਕਸਦ ਨਹੀਂ ਰਹਿ ਜਾਣਾ। ਤੇ ਕਹਿੰਦੇ ਗਾਂਧੀ ਕਦੀ ਵੀ ਹੈ ਨਾ, ਜਿੱਦਾਂ ਥੱਕਿਆ ਨਹੀਂ ਇਹ ਗੱਲਾਂ ਬਾਰ-ਬਾਰ ਕਹਿਣ ਤੋਂ, ਹਨਾ। ਕਹਿੰਦੇ ਕੀ ਜਿਹੜੀ ਮੰਦਿਰਾਂ ਤੋਂ ਬਾਹਰ, ਜਿਹੜੀ ਮਤਲਬ ਕਿ ਅਛੂਤਾਂ ਨੂੰ ਮੰਦਿਰਾਂ ਤੋਂ ਬਾਹਰ ਕੱਢਿਆ ਗਿਆ, ਐਕਸਕਲੂਡ ਕੀਤਾ ਗਿਆ ਨਾ, ਤੇ ਜਿਹਨੂੰ ਉਹ ਕਹਿੰਦਾ ਸੀਗਾ ਵੀ ਮੇਰੀ ਜਿਹੜੀ ਆਤਮਾ ਨੂੰ ਦੁੱਖ ਲੱਗਦਾ ਆ ਇਹ ਚੀਜ਼ਾਂ ਦੇਖ ਕੇ, ਕੀ ਇਹ ਸੱਚ ਆ, ਹੈਨਾ। ਕਹਿੰਦੇ ਹੁਣ ਆਪਾਂ ਜਦੋਂ ਬਿੱਲ ਦੀ ਗੱਲ ਦੇਖਦੇ ਆ, ਕਹਿੰਦੇ ਕ੍ਰਿਸ਼ਨਾ ਜਿਹੜਾ ਰਾਜਾ ਗੋਪਾਲਚਾਰੀ ਸੀ, ਉਹਨੇ ਬਿੱਲ ਦਾ ਵਿਰੋਧ ਕੀਤਾ ਸੀਗਾ, ਪਰ ਗਾਂਧੀ ਨੇ ਉਹਨੂੰ ਨਹੀਂ ਕੋਸਿਆ, ਬਿੱਲ ਪੇਸ਼ ਕਰਨ ਵਾਲੇ ਨੂੰ ਕੋਸਿਆ ਤੇ ਉਹਦੇ ਉੱਤੇ ਇਲਜ਼ਾਮ ਲਾਏ। ਹੋਇਆ ਕੀ ਇਹਨਾਂ ਬਿੱਲਾਂ ਦਾ ਕੀ ਹੋਇਆ ਸੀ? ਇਹਨਾਂ ਦਾ ਬਿੱਲਾਂ ਦਾ ਇਹ ਹੋਇਆ ਸੀਗਾ ਕਿ ਜਦੋਂ ਇਹ ਬਿੱਲ ਪਾਸ ਹੋ ਰਹੇ ਸੀਗੇ, ਉਦੋਂ ਸਡਨਲੀ ਕੀ ਹੋਇਆ ਵੀ ਗਵਰਨਮੈਂਟ ਜਿਹੜੀ ਸੀਗੀ ਉਸ ਵੇਲੇ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨਾਂ ਦਾ ਐਟੀਟਿਊਡ ਚੇਂਜ ਹੋਇਆ। ਉਹਨਾਂ ਨੇ ਮਤਲਬ ਕਿ ਜਿਹੜਾ ਡਿਸਾਈਡ ਕੀਤਾ ਵੀ ਅਸੈਂਬਲੀ, ਜਿਹੜੀ ਸੈਂਟਰਲ ਆਪਣੀ ਅਸੈਂਬਲੀ ਸੀਗੀ, ਉਹਨੂੰ ਡਿਸੋਲਵ ਕੀਤਾ, ਨਵੀਆਂ ਇਲੈਕਸ਼ਨਾਂ ਦਾ ਹੁਕਮ ਦੇ ਦਿੱਤਾ। ਜਿੰਨੇ ਵੀ ਕਾਂਗਰਸ ਦੇ ਮੈਂਬਰ ਸੀਗੇ, ਜਿੰਨੇ ਵੀ ਕਾਂਗਰਸ ਦੇ ਲੀਡਰ ਸੀਗੇ, ਜਿਹੜੇ ਉਸ ਵੇਲੇ ਬਿੱਲ ਦੀ ਸਪੋਰਟ ਕਰ ਰਹੇ ਸੀ ਸਿਰਫ ਇਸ ਕਰਕੇ ਵੀ ਮਤਲਬ ਕਿ ਜੀ ਅਸੀਂ ਅਛੂਤਾਂ ਦਾ ਭਲਾ ਕਰਨਾ ਹੈਗਾ ਆ,
ਉਹਨਾਂ ਨੂੰ ਇਹ ਲੱਗਾ ਕਿ ਜੇ ਹੁਣ ਦੁਬਾਰਾ ਇਲੈਕਸ਼ਨ ਦਾ ਹੁਣ ਉਹਨਾਂ ਨੇ ਮੌਕਾ ਦੇ ਦਿੱਤਾ ਵੀ ਦੁਬਾਰਾ ਇਲੈਕਸ਼ਨ ਦੇ ਵਿੱਚ ਹਿੰਦੂਆਂ ਨੇ ਸਾਨੂੰ ਸਪੋਰਟ ਨਹੀਂ ਕਰਨੀ, ਤੇ ਉਹਨਾਂ ਨੇ ਉੱਥੇ ਜਿੱਥੇ ਪਹਿਲਾਂ ਉਹ ਸਪੋਰਟ ਕਰਦੇ ਸੀ ਵੀ ਅਛੂਤਾਂ ਨੂੰ ਮੰਦਰ ਐਂਟਰੀ ਦਿੱਤੀ ਜਾਵੇ, ਉੱਥੇ ਹੀ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਤੇ ਜਿਹੜਾ ਰੰਗਾ ਅਈਅਰ ਸੀਗਾ ਉਹਦੇ ਉੱਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਵੀ ਤੂੰ ਬਿੱਲ ਲੈ ਕੇ ਆਇਆ। ਤੇ ਇੱਕਦਮ ਹੀ ਇਹ ਸਾਰਾ ਕੁਝ ਚੇਂਜ ਹੋ ਗਿਆ। ਕਿਉਂ ਚੇਂਜ ਹੋਇਆ? ਕਿਉਂਕਿ ਗਵਰਨਮੈਂਟ ਨੇ ਉਸੇ ਵੇਲੇ ਜਦੋਂ ਇਹ ਬਿੱਲਾਂ ਦੀ ਗੱਲ ਚੱਲ ਰਹੀ ਸੀ, ਡਿਸਕਸ਼ਨ ਚੱਲ ਰਹੀ ਸੀ ਸੈਂਟਰਲ ਅਸੈਂਬਲੀ ਦੇ ਵਿੱਚ, ਇਹ ਬਿੱਲਾਂ ਦੇ ਉੱਤੇ ਗਵਰਨਮੈਂਟ ਨੇ ਕਮੇਟੀ ਡਿਸੋਲਵ ਕਰ ਦਿੱਤੀ। ਇੱਕ ਬਿੱਲ ਪਾਸ ਹੋਇਆ ਸੀਗਾ ਤੇ ਕਮੇਟੀ ਡਿਸੋਲਵ ਕਰ ਦਿੱਤੀ, ਨਵੀਂ ਇਲੈਕਸ਼ਨ ਕਹਿ ਦਿੱਤੀ ਵੀ ਨਵੀਂ ਇਲੈਕਸ਼ਨ ਹੋਣੀ ਆ। ਤੇ ਉਸ ਤੋਂ ਬਾਅਦ ਕਾਂਗਰਸ ਨੂੰ ਲੱਗਾ ਕਿ ਸਾਨੂੰ ਅਗਲੀ ਇਲੈਕਸ਼ਨ 'ਚ ਵੋਟਾਂ ਹਿੰਦੂਆਂ ਨੇ ਨਹੀਂ ਪਾਉਣੀਆਂ, ਅਛੂਤਾਂ ਨੇ ਤਾਂ ਸਾਨੂੰ ਪਾਉਣੀਆਂ ਨੇ, ਹਿੰਦੂਆਂ ਨੇ ਵੀ ਨਹੀਂ ਪਾਉਣੀਆਂ। ਤੇ ਕਾਂਗਰਸ ਤੇ ਗਾਂਧੀ ਨੇ ਉਹ ਜਿਹੜੇ ਬਿੱਲ ਸੀਗੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹੁਣ ਕਹਿੰਦੇ ਵੀ ਇਹ ਕਿੱਡੀ ਵੱਡੀ ਅਪਮਾਨਜਨਕ ਹਾਰ ਆ। ਇਹਦੇ ਬਾਰੇ ਬਾਬਾ ਸਾਹਿਬ ਫਿਰ ਅੱਗੇ ਦੱਸਦੇ ਹੈਗੇ ਆ ਕਿ ਇਹਨਾਂ ਨੇ ਉਹਦਾ ਵਿਰੋਧ ਕੀਤਾ। ਤੇ ਫਿਰ ਕਹਿੰਦੇ ਵੀ ਹੁਣ ਦੇਖੋ ਵੀ ਗਾਂਧੀ ਨੇ 1932 ਤੋਂ ਪਹਿਲਾਂ ਇੱਕ ਵਿਰੋਧਾਭਾਸ ਵਿੱਚ ਮੂਹਰੇ ਆਇਆ ਸੀਗਾ ਕਿ ਮੈਂ ਟੈਂਪਲ ਐਂਟਰੀ ਦੇ ਖਿਲਾਫ ਹਾਂ ਜੀ, ਅਛੂਤਾਂ ਦੀ ਮੰਦਰ ਟੈਂਪਲ ਐਂਟਰੀ ਦੇ ਖਿਲਾਫ ਹਾਂ। ਕਹਿੰਦੇ ਜਦੋਂ ਅਛੂਤਾਂ ਨੇ ਆਪਣੇ ਰਾਜਸੀ ਹੱਕ ਮੰਗੇ ਤੇ ਗਾਂਧੀ ਫਿਰ ਆਪਣਾ ਸਪੋਰਟਰ ਬਣ ਗਿਆ ਟੈਂਪਲ ਐਂਟਰੀ ਦਾ, ਵੀ ਇਹਨਾਂ ਨੂੰ ਮੰਦਰਾਂ 'ਚ ਆਉਣਾ ਚਾਹੀਦਾ। ਕਹਿੰਦੇ ਜਦੋਂ ਹਿੰਦੂਆਂ ਨੇ ਕਾਂਗਰਸ ਨੂੰ ਇਹ ਕਿਹਾ ਵੀ ਹੁਣ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਤੁਹਾਨੂੰ ਹਰਾ ਦੇਣਾ ਆ ਜਾਂ ਅਸੀਂ ਤੁਹਾਨੂੰ ਹਰਾਵਾਂਗੇ, ਤੁਹਾਨੂੰ ਵੋਟਾਂ ਨਹੀਂ ਪਾਵਾਂਗੇ, ਫਿਰ ਗਾਂਧੀ ਨੇ ਫਿਰ ਆਪਣੇ ਪੋਲੀਟੀਕਲ ਹੱਕ ਸਮਝੇ ਵੀ ਮੈਂ ਪੋਲੀਟੀਕਲੀ ਤਾਂ ਆਪਣੇ ਰਾਜ ਸੱਤਾ ਦੇ ਵਿੱਚ ਰਹਿਣਾ ਚਾਹੁੰਦਾ ਆ। ਫਿਰ ਕਹਿੰਦਾ ਉਹਨੇ ਕੀ ਕੀਤਾ, ਉਹਨੇ ਟੈਂਪਲ ਐਂਟਰੀ ਆ ਉਹਦੇ ਖਿਲਾਫ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਗਿਵ ਅਪ ਕਰ ਦਿੱਤੀ, ਉਹ ਛੱਡ ਦਿੱਤੀ ਜਿਹੜੀ ਮੂਵਮੈਂਟ ਸੀਗੀ। ਕਹਿੰਦੇ ਕੀ ਤੁਸੀਂ ਇਹਨੂੰ ਇਮਾਨਦਾਰੀ ਕਹਿ ਸਕਦੇ ਆ? ਕੀ ਇਹ ਜੁਰਮ ਦਾ ਸਬੂਤ ਨਹੀਂ ਹੈ? ਕਹਿੰਦੇ ਜਿਹੜੀ ਗਾਂਧੀ ਕਹਿੰਦਾ ਆ ਵੀ ਮੰਦਰ ਦੇ ਵਿੱਚ ਜਦੋਂ ਅਛੂਤਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ, ਮੇਰੀ ਆਤਮਾ ਦੇ ਉੱਤੇ ਕਸ਼ਟ ਹੁੰਦਾ ਹੈ, ਮੇਰੀ ਆਤਮਾ ਨੂੰ ਦੁੱਖ ਲੱਗਦਾ, ਕੀ ਇਹ ਗੱਲਾਂ ਹੀ ਆ ਕਹਿਣ ਦੀਆਂ? ਬਾਬਾ ਸਾਹਿਬ ਕਹਿੰਦੇ। ਸੋ ਇਹ ਚੈਪਟਰ ਸੀ, ਇੱਥੇ ਤੱਕ ਇਹ ਐਂਡ ਹੋ ਗਿਆ ਜੀ। It is not about the ultimate future. Our difficulty is how to make the heterogeneous mess that we have today take a decision in common and march in a cooperative way on that road which is bound to lead us to unity.